स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ ਵਿਚਾਰ ਤਕਰਾਰ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਹਰ ਧਰਮ ਦਾ ਆਪਣਾ ਸਤਿਕਾਰ ਹੈ, ਆਪਣਾ ਅਕੀਦਾ, ਆਪਣਾ ਫਲਸਫਾ ਹੈ ਤੇ ਇਸ ਸਾਰੀ ਸਮਰੱਥਾ ਨੂੰ ਅੱਗੇ ਵਧਾਉਣ ਦਾ ਕੰਮ ਜਿਹੜਾ ਹੁੰਦਾ ਉਹ ਪ੍ਰਚਾਰਕਾਂ ਦਾ ਹੁੰਦਾ। ਹਰ ਧਰਮ ਦੇ ਆਪੋ ਆਪਣੇ ਪ੍ਰਚਾਰਕ ਹੁੰਦੇ ਨੇ, ਆਪੋ ਆਪਣੇ ਢੰਗ ਤਰੀਕੇ ਹੁੰਦੇ ਨੇ। ਜੇ ਸਿੱਖ ਧਰਮ ਦੀ ਗੱਲ ਕਰੀਏ ਤਾਂ ਸਿੱਖ ਧਰਮ ਦੇ ਵਿੱਚ ਵੀ ਪ੍ਰਚਾਰਕਾਂ ਦਾ ਇੱਕ ਅਹਿਮ ਸਥਾਨ ਰਿਹਾ। ਮੁੱਢ ਕਦੀਮ ਤੋਂ ਜਦੋਂ ਗੁਰੂ ਸਾਹਿਬਾਨ ਸੀਗੇ, ਗੁਰੂ ਸਾਹਿਬਾਨ ਗੁਰਗੱਦੀ ਤੇ ਵਿਰਾਜਣ ਤੋਂ ਪਹਿਲਾਂ ਵੀ ਤੇ ਬਾਅਦ ਦੇ ਵਿੱਚ ਵੀ ਪ੍ਰਚਾਰਕਾਂ ਦਾ ਹੀ ਰੋਲ ਨਿਭਾਉਂਦੇ ਰਹੇ। ਪਹਿਲਾਂ ਥੋੜਾ ਜਿਹਾ ਪ੍ਰਚਾਰਕਾਂ ਦਾ ਇੱਕ ਰੋਲ ਡਿਫਾਈਨ ਸੀਗਾ ਜ਼ਿਹਨ ਦੇ ਵਿੱਚ। ਜਦੋਂ ਪ੍ਰਚਾਰਕ ਦੀ ਗੱਲ ਆਉਂਦੀ ਸੀ ਤਾਂ ਇਹ ਆਉਂਦਾ ਸੀ ਕਿ ਗੁਰੂ ਮਰਿਆਦਾ ਦੇ ਵਿੱਚ ਰਹਿ ਕੇ ਗੁਰੂ ਘਰ ਦੀ ਪਰੰਪਰਾ ਨੂੰ ਅੱਗੇ ਤੋਰਨਾ, ਗੁਰਬਾਣੀ ਕੀ ਕਹਿੰਦੀ ਹੈ ਉਸ ਨੂੰ ਸਰਲ ਭਾਸ਼ਾ ਦੇ ਵਿੱਚ ਸੰਗਤ ਤੱਕ ਪਹੁੰਚਾਉਣਾ ਤੇ ਉਸ ਨੂੰ ਗੁਰੂ ਘਰ ਦੇ ਨਾਲ ਜੋੜਨਾ ਤੇ ਧਰਮ ਨਾਲ ਜੋੜਨਾ। ਇੰਨੀ ਕੁ ਡੈਫੀਨੇਸ਼ਨ ਹੈ ਜਿਹੜੀ ਸਾਡੀ ਸਮਝ ਦੇ ਵਿੱਚ ਆਉਂਦੀ ਸੀ। ਪਰ ਅੱਜ ਦੇ ਅਜੋਕੇ ਯੁੱਗ ਦੇ ਵਿੱਚ ਪ੍ਰਚਾਰਕਾਂ ਦਾ ਪ੍ਰਚਾਰ ਕਰਨ ਦਾ ਤਰੀਕਾ ਵੀ ਬਦਲਣਾ ਵੀ ਚਾਹੀਦਾ। ਸਮੇਂ ਦੇ ਨਾਲ ਤਬਦੀਲੀਆਂ ਆਉਣੀਆਂ ਵੀ ਚਾਹੀਦੀਆਂ ਨੇ, ਕਿਉਂਕਿ ਜਿਸ ਤਰ੍ਹਾਂ ਦੇ ਸਵਾਲ ਪੈਦਾ ਹੁੰਦੇ ਨੇ, ਜਿਹੜੀ ਸਾਡੀ ਨੌਜਵਾਨ ਪੀੜ੍ਹੀ ਦੇ ਜ਼ਿਹਨ ਦੇ ਵਿੱਚ ਜਿਸ ਤਰ੍ਹਾਂ ਦੇ ਸਵਾਲ ਪੈਦਾ ਹੁੰਦੇ ਨੇ, ਜਿਸ ਤਰ੍ਹਾਂ ਦੇ ਨਾਲ ਤਰਕ ਨਾਲ ਉਹ ਸਵਾਲਾਂ ਦੇ ਜਵਾਬ ਚਾਹੁੰਦੇ ਨੇ, ਉਸ ਤਰ੍ਹਾਂ ਦੇ ਜਵਾਬ ਪ੍ਰਚਾਰਕਾਂ ਵੱਲੋਂ ਦੇਣੇ ਵੀ ਚਾਹੀਦੇ ਨੇ। ਪਰ ਹੁਣ ਵਿਵਾਦਪੂਰਨ ਹੁੰਦੇ ਜਾ ਰਹੇ ਨੇ ਪ੍ਰਚਾਰਕਾਂ ਦੇ ਪ੍ਰਚਾਰ ਕਰਨ ਦੇ ਤਰੀਕੇ ਵੀ, ਕਿਉਂਕਿ ਕੁਝ ਲੋਕ ਕਹਿੰਦੇ ਨੇ ਕਿ ਧਰਮ ਤੇ ਆਸਥਾ ਦੇ ਵਿੱਚ ਤਰਕ ਦਾ ਕੋਈ ਸਥਾਨ ਨਹੀਂ ਹੁੰਦਾ, ਪਰ ਕੁਝ ਲੋਕ ਕਹਿੰਦੇ ਨੇ ਕਿ ਤਰਕ ਨਾਲ ਜੇ ਜਵਾਬ ਦਿੱਤਾ ਜਾਵੇ ਤਾਂ ਆਸਥਾ ਹੋਰ ਵੱਧਦੀ ਹੈ। ਹੁਣ ਇਸ ਪੂਰੇ ਪ੍ਰਕਰਨ ਦੇ ਵਿੱਚ ਸਿੱਖ ਧਰਮ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ। ਕੁਝ ਲੋਕ ਇਹ ਕਹਿੰਦੇ ਨੇ ਕਿ ਤਰਕ ਦੇ ਨਾਲ ਚੱਲਣਾ ਚਾਹੀਦਾ, ਕੁਝ ਲੋਕ ਕਹਿੰਦੇ ਨੇ ਕਿ ਜੇ ਤੁਹਾਡੀ ਆਸਥਾ ਹੈ, ਜੇ ਤੁਹਾਡੀ ਗੁਰੂ ਪ੍ਰਤੀ ਵਿਸ਼ਵਾਸ ਹੈ, ਅਕੀਦਾ ਹੈ, ਤਾਂ ਉੱਥੇ ਤਰਕ ਦੀ ਕੋਈ ਲੋੜ ਨਹੀਂ ਪੈਂਦੀ। ਇਸੇ ਤੇ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ। ਦੋ ਖਾਸ ਮਹਿਮਾਨ ਸਾਡੇ ਨਾਲ ਮੌਜੂਦ ਨੇ ਇਸ ਸਾਰੇ ਮੁੱਦੇ ਤੇ ਚਰਚਾ ਕਰਨ ਦੇ ਲਈ। ਗਿਆਨੀ ਹਰਪਾਲ ਸਿੰਘ ਜੀ ਹੈੱਡ ਗ੍ਰੰਥੀ ਨੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ, ਤਲਵਿੰਦਰ ਸਿੰਘ ਬੁੱਟਰ ਸਾਹਿਬ ਜਰਨਲਿਸਟ ਨੇ ਔਰ ਸਿੱਖ ਮੁੱਦਿਆਂ ਬਾਰੇ ਖਾਸਾ ਕੁਝ ਲਿਖਦੇ ਰਹਿੰਦੇ ਨੇ। ਦੋਵਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਹਰਪਾਲ ਸਿੰਘ ਜੀ ਨੂੰ ਅਕਸਰ ਅਸੀਂ ਸੁਣਿਆ ਹੋਇਆ, ਖਾਸ ਤੌਰ ਤੇ ਸਫਰੇ ਸ਼ਹਾਦਤ ਜਿਹੜਾ ਇਹਨਾਂ ਨੇ ਕਾਫਲਾ ਸ਼ੁਰੂ ਕੀਤਾ, ਪੂਰੀ ਦੁਨੀਆ ਦੇ ਵਿੱਚ ਉਹਦੀ ਚਰਚਾ ਰਹੀ ਹੈ। ਔਰ ਉਹਨਾਂ ਦਿਨਾਂ ਦੇ ਵਿੱਚ ਜਦੋਂ ਅਸੀਂ ਇਹਨਾਂ ਦਾ ਪ੍ਰਚਾਰ ਕਰਨ ਦਾ ਤਰੀਕਾ ਵੇਖਦੇ ਹਾਂ ਤਾਂ ਇਹ ਸਮਝ ਆਉਂਦਾ ਕਿ ਇਹ ਹੈ ਪ੍ਰਚਾਰ ਕਰਨ ਦਾ ਅਸਲਾ ਤਰੀਕਾ। ਗਿਆਨੀ ਜੀ, ਮੈਂ ਸਭ ਤੋਂ ਪਹਿਲਾਂ ਤੁਹਾਡੇ ਤੋਂ ਸਵਾਲ ਪੁੱਛਣਾ ਚਾਹੁੰਦਾ, ਅੱਜ ਅਜੋਕੇ ਸਮੇਂ ਦੇ ਵਿੱਚ ਜਿੱਥੇ ਸਾਡਾ ਸਿੱਖ ਪੰਥ ਖੜਾ ਹੋਇਆ, ਬੜੇ ਸਾਰੇ ਸਵਾਲ ਸਾਡੇ ਮਨ ਦੇ ਵਿੱਚ ਆਉਂਦੇ ਨੇ। ਸਵਾਲਾਂ ਦੇ ਨਾਲ ਨਾਲ ਦੁੱਖ ਵੀ ਹੁੰਦਾ ਕਿ ਅਸੀਂ ਕਿੱਧਰ ਵੱਲ ਨੂੰ ਤੁਰ ਪਏ ਹਾਂ। ਇੱਕ ਸਿੰਪਲ ਤੇ ਸਪਸ਼ਟ ਜਵਾਬ ਮੈਂ ਤੁਹਾਨੂੰ ਚਾਹੁੰਦਾ, ਕੀ ਸਿੱਖ ਕੌਮ ਦੇ ਵਿੱਚ, ਸਿੱਖ ਧਰਮ ਦੇ ਵਿੱਚ, ਸਿੱਖ ਫਲਸਫੇ ਦੇ ਵਿੱਚ ਤਰਕ ਦਾ ਸਥਾਨ ਹੈ ਜਾਂ ਨਹੀਂ ਹੈ? ਤਰਕ ਦੀ ਪਰਿਭਾਸ਼ਾ ਕੀ ਲੈਂਦੇ ਆ ਅਸੀਂ? ਇੱਕ ਹੁੰਦਾ ਸੰਵਾਦ, ਇੱਕ ਹੁੰਦਾ ਵਿਵਾਦ। ਇੱਕ ਸਵਾਲ ਦਾ ਮਕਸਦ ਹੁੰਦਾ ਜਾਣਨ ਦੀ ਭੁੱਖ, ਇੱਕ ਸਵਾਲ ਦਾ ਮਕਸਦ ਹੁੰਦਾ ਜਨਾਉਣਾ। ਸੋ ਕਿਸ ਕਨਸੈਪਟ ਵਿੱਚ ਅਸੀਂ ਉਹਨੂੰ ਉਸ ਤਰਕ ਪੈਦਾ ਕਰ ਰਹੇ ਹਾਂ? ਸਵਾਲ ਮੈਂ ਕਹਿੰਦਾ ਜੇ ਜਾਣਨ ਦੀ ਭੁੱਖ ਹੈ ਤੇ ਚੰਗਾ ਸ਼ਗਨ ਹੈ। ਸਾਡੇ ਬੱਚੇ, ਸਾਡੀ ਸੰਗਤ, ਉਹਨਾਂ ਦੇ ਅੰਦਰ ਹੋਰ ਜਿਗਿਆਸਾ ਜਾਗੇ, ਉਹ ਹੋਰ ਪੁੱਛਣ। ਬੱਚੇ ਨੂੰ ਅਸੀਂ ਉਂਗਲੀ ਲਾ ਕੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਲੈ ਕੇ ਜਾਂਦੇ ਹਾਂ, ਅਸੀਂ ਕਹਿੰਦੇ ਮੱਥਾ ਟੇਕ, ਤੇ ਜੇ ਬੱਚਾ ਪੁੱਛਦਾ ਕਿ ਮੈਂ ਕਿਉਂ ਮੱਥਾ ਟੇਕਾਂ, ਤੇ ਸਗੋਂ ਉਹਦੀ ਨਿਸ਼ਾ ਹੋਏਗੀ, ਉਹਦੀ ਭਾਵਨਾ ਹੋਰ ਪੱਕੀ ਹੋਏਗੀ ਜਦੋਂ ਅਸੀਂ ਉਹਦਾ ਕਾਰਨ ਦੱਸਾਂਗੇ ਕਿ ਅਸੀਂ ਤਨ ਮਨ ਧਨ ਕਿਵੇਂ ਗੁਰੂ ਨੂੰ ਅਰਪਣ ਕਰਨਾ ਹੈ। ਸੋ ਇਸ ਦੀ ਬਜਾਏ ਕਿ ਉਹਨੂੰ ਇੱਕ ਲਕੀਰ ਦਾ ਫਕੀਰ ਬਣਾਈਏ। ਸੋ ਉਹਦੇ ਪਿੱਛੇ ਭਾਵਨਾ ਕੀ ਕੰਮ ਕਰਦੀ ਹੈ? ਉਸ ਤਰਕ ਦੇ ਪਿੱਛੇ ਇਸ਼ੂ ਇਹ ਹੈ, ਤਰਕ ਮਾੜਾ ਨਹੀਂ ਹੈ, ਤਰਕ ਦੇ ਪਿਛਲੀ ਭਾਵਨਾ ਜਿਹੜੀ ਆ ਉਹ ਬੁਰੀ ਨਾ ਹੋਵੇ। ਪਰ ਗੱਲ ਇਹ ਹੈ ਨਾ ਕਿ ਤਰਕ ਦੀ ਭਾਵਨਾ ਨੂੰ ਸਮਝੇਗਾ ਕੌਣ? ਮੈਂ ਇੱਕ ਸਵਾਲ ਹੈ, ਕੋਈ ਇਤਿਹਾਸਿਕ ਜਿੰਨੀਆਂ ਵੀ ਘਟਨਾਵਾਂ ਹੋਈਆਂ ਨੇ ਜਾਂ ਗੁਰੂ ਸਾਹਿਬਾਨ ਨਾਲ ਜੁੜੀਆਂ ਹੋਈਆਂ ਜਿੰਨੀਆਂ ਘਟਨਾਵਾਂ ਨੇ, ਜਦੋਂ ਉਹਨਾਂ ਤੇ ਮੈਂ ਕਿੰਤੂ ਪਰੰਤੂ ਕਰਦਾ, ਮੈਂ ਇੱਕ ਐਗਜ਼ਾਮਪਲ ਲੈ ਲੈਣਾ, ਬੜਾ ਚਰਚਾ ਦੇ ਵਿੱਚ ਰਿਹਾ ਕਿ ਭਾਈ ਬਚਿੱਤਰ ਸਿੰਘ ਨੇ ਕਿਵੇਂ ਜੀ ਨਾਗਣੀ ਨਾਲ ਹਾਥੀ ਨੂੰ ਵਿੰਨ ਦਿੱਤਾ, ਉਹਦੀ ਤਵੀ ਨੂੰ ਚੀਰ ਕੇ ਕਿਵੇਂ ਚਲਾ ਗਿਆ। ਕਈ ਸਵਾਲ ਕੀਤੇ ਗਏ, ਕੁਝ ਲੋਕਾਂ ਵੱਲੋਂ ਕੀਤੇ ਗਏ, ਕੁਝ ਪ੍ਰਚਾਰਕਾਂ ਵੱਲੋਂ ਵੀ ਕੀਤੇ ਗਏ। ਹੁਣ ਇਸ ਨੂੰ ਤੁਸੀਂ ਕੀ ਸਮਝਦੇ ਹੋ? ਇਹਦੇ ਪਿੱਛੇ ਉਹ ਤਰਕ ਮੰਨਦੇ ਨੇ ਕਿ ਕੋਈ ਐਡਾ ਬਲਵਾਨ ਹੋ ਸਕਦਾ ਹੈ, ਕਿ ਕਿਸੇ ਦੀ ਨਾਗਣੀ ਇੰਨੀ ਤਾਕਤਵਰ ਹੋ ਸਕਦੀ ਹੈ ਜਿਹੜੀ ਤਵੀ ਨੂੰ ਚੀਰ ਕੇ ਪਾਗਲ ਹਾਥੀ ਦਾ ਮੱਥਾ ਵਿੰਨ ਦੇ। ਉਹ ਇਸ ਦੇ ਪਿੱਛੇ ਤਰਕ ਪੁੱਛਦੇ ਨੇ। ਹੁਣ ਤੁਹਾਨੂੰ ਇਹਦੇ ਪਿੱਛੇ ਭਾਵਨਾ ਕੀ ਨਜ਼ਰ ਆਉਂਦੀ ਹੈ? ਵੇਖੋ, ਉਸ ਤਰਕ ਦਾ ਜਵਾਬ ਜਿਹੜਾ ਉਹ ਕੱਲਾ ਗੱਲਾਂ ਤੇ ਨਹੀਂ ਦਿੱਤਾ ਜਾਣਾ, ਉਹਨੂੰ ਜੀਉ ਕੇ ਵੀ ਪ੍ਰਗਟ ਕੀਤਾ ਜਾਣਾ। ਜਦੋਂ ਅੱਜ ਦੇ ਦੌਰ ਵਿੱਚ ਵੀ ਕੱਲਾ ਸਿੱਖ ਆਪਣੇ ਫਰਜ਼ ਨੂੰ ਨਿਭਾਉਂਦਾ ਹੋਇਆ, ਜ਼ੁਲਮ ਦੇ ਵਿਰੁੱਧ ਜੂਝਦਾ ਹੋਇਆ, ਉਹ ਦੁਸ਼ਮਣ ਨਾਲ ਉਦਾਂ ਹੀ ਲੋਹਾ ਲੈਂਦਾ ਜਿਵੇਂ ਪੁਰਾਤਨ ਅਸੀਂ ਇਤਿਹਾਸ ਵਿੱਚ ਪੜ੍ਹਦੇ ਹਾਂ, ਤੇ ਫਿਰ ਉਹਨੂੰ ਵਿਆਖਿਆ ਕਰਨੀ ਜਿਹੜੀ ਆ ਉਹ ਸੌਖੀ ਹੋ ਜਾਂਦੀ ਹੈ। ਔਰ ਇਹੀ ਕਾਰਨ ਹੈ ਕਿ ਜਵਾਬ ਦੇਣ ਵਾਲੇ ਦੇ ਕੋਲ ਗੱਲਾਂ ਦੇ ਨਾਲ, ਗਿਆਨ ਦੇ ਨਾਲ ਉਹਦਾ ਆਪਣਾ ਪ੍ਰੈਕਟੀਕਲ ਵੀ ਹੋਵੇ, ਤਾਂ ਕਿ ਉਹ ਪ੍ਰੈਕਟੀਕਲ ਬੁਨਿਆਦ ਉੱਤੇ
ਆਪਣੀ ਕੌਮੀ ਪ੍ਰੈਕਟੀਕਲ ਤੇ ਆਪਣੇ ਨਿੱਜੀ ਪ੍ਰੈਕਟੀਕਲ ਤੇ ਉਹ ਅੱਜ ਦੀ ਪੀੜ੍ਹੀ ਨੂੰ ਜਿਹੜਾ ਉਹਦੀ ਨਿਸ਼ਾ ਕਰਵਾ ਸਕੇ। ਪਰ ਨਹੀਂ, ਸਵਾਲ ਤਾਂ ਇਹ ਖੜਾ ਹੁੰਦਾ ਨਾ ਕਿ ਅੱਜ ਦੇ ਯੂਥ ਦੇ ਵਿੱਚ ਜਾਂ ਜਿਹੜੇ ਨੌਜਵਾਨ ਪੀੜ੍ਹੀ ਹੈ ਉਹਨਾਂ ਦੇ ਜ਼ਿਹਨ ਦੇ ਵਿੱਚ ਇੱਕ ਵਾਰ ਗੱਲ ਇਹ ਜ਼ਰੂਰ ਆਉਂਦੀ ਹੋਣੀ ਕਿ ਹੁਣ ਤੱਕ ਜਿੰਨੀਆਂ ਅਸੀਂ ਕਥਾ ਕਹਾਣੀਆਂ ਸੁਣਦੇ ਆਏ ਹਾਂ, ਜੇਕਰ ਉਹਨੂੰ ਤਰਕ ਦੇ ਨਾਲ ਜੋੜ ਕੇ ਦੇਖਦੇ ਹਾਂ ਤਾਂ ਸਾਨੂੰ ਥੋੜਾ ਜਿਹਾ ਲੱਗਦਾ ਹੈ ਕਿ ਇਹ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ। ਉਸ ਸ਼ੰਕੇ ਨੂੰ ਦੂਰ ਕਰਨਾ ਚਾਹੀਦਾ ਜਾਂ ਜੋ ਚੱਲਿਆ ਆ ਰਿਹਾ ਉਸ ਨੂੰ ਮੰਨਣਾ ਚਾਹੀਦਾ? ਸ਼ੰਕੇ ਨੂੰ ਦੂਰ ਜ਼ਰੂਰ ਕਰਨਾ ਚਾਹੀਦਾ। ਦਬਾ ਕੇ ਕਿਸੇ ਦੀਆਂ ਭਾਵਨਾਵਾਂ, ਠੀਕ ਹੈ, ਉਹ ਚੁੱਪ ਜ਼ਰੂਰ ਕਰਵਾਇਆ ਜਾ ਸਕਦਾ ਹੈ, ਭਾਵਨਾਤਮਕ ਤੌਰ ਤੇ ਨਹੀਂ ਜੋੜਿਆ ਜਾ ਸਕਦਾ। ਔਰ ਬਹੁਤ ਜ਼ਰੂਰੀ ਹੈ ਕਿ ਬੜੀ ਸ਼ਰਧਾ ਨਾਲ, ਭਾਵਨਾ ਨਾਲ, ਵਿਵੇਕ ਦੇ ਆਧਾਰ ਦੇ ਉੱਤੇ ਜਿਹੜੀ ਸਾਡੇ ਕੌਮ ਦੇ ਕੋਲ ਸਦਾ ਵਰਤਦਾ ਸੱਚ ਆ ਔਰ ਅੱਜ ਵੀ ਵਰਤ ਰਿਹਾ, ਅੱਜ ਵੀ ਉੱਦਾਂ ਜੂਝਣ ਵਾਲੇ, ਅੱਜ ਵੀ ਗੁਰੂ ਦਾ ਦਿੱਤਾ ਬਲ ਲੈ ਕੇ ਕੱਲਾ 1.25 ਲੱਖ ਨਾਲ ਮੁਕਾਬਲਾ ਕਰਨ ਵਾਲਾ, ਉਹ ਸਾਰਾ ਕੁਝ ਸਾਡੇ ਸਾਹਮਣੇ ਆ। ਔਰ ਉਹਨੂੰ ਉਸੇ ਸ਼ਰਧਾ ਦੀ ਪੱਧਰ ਦੇ ਉੱਤੇ ਜ਼ਰੂਰ ਆਪਣੇ ਬੱਚਿਆਂ ਦੀ ਨਿਸ਼ਾ ਕਰਵਾਈਏ। ਸਵਾਲ ਉੱਠਣਾ ਕੋਈ ਬੁਰੀ ਗੱਲ ਨਹੀਂ। ਠੀਕ ਹੈ ਤਲਵਿੰਦਰ, ਜਿਸ ਤਰ੍ਹਾਂ ਮੈਂ ਆਪਣੇ ਸ਼ੁਰੂਆਤੀ ਰਿਮਾਰਕਸ ਦੇ ਵਿੱਚ ਕਿਹਾ ਕਿ ਪ੍ਰਚਾਰਕਾਂ ਦੀ ਬੜੀ ਅਹਿਮੀਅਤ ਰਹੀ ਹੈ, ਸਿੱਖ ਕੌਮ ਦੇ ਵਿੱਚ ਬੜੀ ਭੂਮਿਕਾ ਰਹੀ ਹੈ ਕਿਸੇ ਵੀ ਧਰਮ ਨੂੰ ਅੱਗੇ ਫੈਲਾਉਣ ਦੇ ਵਿੱਚ, ਉਸ ਧਰਮ ਦਾ ਫਲਸਫਾ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਪ੍ਰਚਾਰਕਾਂ ਦੀ ਇੱਕ ਅਹਿਮ ਭੂਮਿਕਾ ਰਹੀ ਹੈ। ਪ੍ਰਚਾਰਕਾਂ ਦਾ ਕੰਮ ਹੁੰਦਾ ਲੋਕਾਂ ਨੂੰ ਧਰਮ ਦੇ ਨਾਲ ਜੋੜਨਾ, ਪ੍ਰਚਾਰਕਾਂ ਦਾ ਕੰਮ ਹੁੰਦਾ ਆਪਸੀ ਭਾਈਚਾਰਕ ਏਕਤਾ ਵਧਾਉਣੀ। ਪਰ ਅੱਜ ਦੇ ਸਮੇਂ ਦੇ ਵਿੱਚ ਪ੍ਰਚਾਰਕਾਂ ਦਾ ਰੋਲ ਕੁਝ ਵੱਖਰਾ ਤੁਹਾਨੂੰ ਨਹੀਂ ਲੱਗਦਾ? ਅਸੀਂ ਪ੍ਰਚਾਰਕਾਂ ਨੂੰ ਸੁਣਨ ਜਾਂਦੇ ਸੀਗੇ ਕਿ ਗੁਰੂ ਦੀ ਗੱਲ ਹੋਏਗੀ, ਗੁਰੂ ਆਸ਼ਰੇ ਦੀ ਗੱਲ ਹੋਏਗੀ, ਗੁਰੂ ਸਿਧਾਂਤ ਦੀ ਗੱਲ ਹੋਏਗੀ। ਹੁਣ ਅਸੀਂ ਪ੍ਰਚਾਰਕਾਂ ਨੂੰ ਸੁਣਨ ਜਾਂਦੇ ਹਾਂ ਕਿ ਉਹ ਫਲਾਣਾ ਮਾੜਾ, ਫਲਾਣੇ ਦੇ ਕੋਲ ਮੈਂ ਨਹੀਂ ਜਾਣਾ, ਫਲਾਣਾ ਇੱਥੇ ਆਵੇ ਗੱਲ ਕਰਨੀ ਹੈ ਤੇ ਫਲਾਣੇ ਨਾਲ ਇਹ ਕਰਨਾ। ਕੀ ਪ੍ਰਚਾਰਕ ਆਪਣੇ ਰਸਤੇ ਤੋਂ ਭਟਕ ਗਏ ਨੇ ਜਾਂ ਪ੍ਰਚਾਰਕਾਂ ਦਾ ਪ੍ਰਚਾਰ ਕਰਨ ਦਾ ਤਰੀਕਾ ਬਦਲ ਗਿਆ? ਦੇਖੋ ਜੀ, ਗੁਰਮਤ ਇੱਕ ਕਮਾਉਣ ਦਾ ਵਿਸ਼ਾ ਆ, ਇਹ ਨਿੱਜ ਦਾ ਮਸਲਾ ਆ। ਮੈਂ ਤੇ ਇਹ ਕਹਾਂਗਾ ਕਿ ਜਿਹੜਾ ਪ੍ਰਚਾਰ ਆ ਇਹ ਵੀ ਜੀਵਨ ਦੇ ਵਿੱਚ ਕਮਾਉਣ ਦਾ ਵਿਸ਼ਾ ਆ, ਇਹ ਲੋਕਾਂ ਨੂੰ ਦੱਸਣ ਦਾ ਵਿਸ਼ਾ ਨਹੀਂ ਆ। ਸੋ ਸਭ ਤੋਂ ਪਹਿਲਾਂ ਤੇ ਜਿਵੇਂ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਕਿਹਾ, ਪ੍ਰਥਮੇ ਮਨ ਪ੍ਰਬੋਧ ਹੈ ਆਪਣਾ, ਪਾਛੈ ਅਵਰ ਰਿਝਾਵੈ। ਸਭ ਤੋਂ ਪਹਿਲਾਂ ਤੇ ਆਪਣੇ ਆਪ ਨੂੰ ਗੁਰੂ ਦੀ ਜਿਹੜਾ ਸ਼ਬਦ ਦੀ ਜੁਗਤ ਦੇ ਵਿੱਚ ਢਾਲਣਾ ਤੇ ਉਸ ਨੂੰ ਆਪਣੀ ਸੁਰਤ ਦੇ ਵਿੱਚ ਵਸਾਉਣਾ, ਇਹੀ ਪ੍ਰਚਾਰਕ ਦਾ ਸਭ ਤੋਂ ਮੁੱਢਲਾ ਕਰਮ ਹੋਣਾ ਚਾਹੀਦਾ। ਜਦੋਂ ਤੱਕ ਸਾਡੇ ਪ੍ਰਚਾਰਕਾਂ ਦੇ ਜੀਵਨ ਦੇ ਵਿੱਚ ਜੋ ਪ੍ਰਚਾਰ ਕਰਦੇ ਨੇ ਉਹ ਉਹਨਾਂ ਦੇ ਆਪਣੇ ਨਿੱਜ ਦੇ ਜੀਵਨ ਦੇ ਵਿੱਚ ਨਹੀਂ ਦਿਖਾਈ ਦਿੰਦਾ, ਤਾਂ ਉਦੋਂ ਤੱਕ ਇਹੀ ਸਮੱਸਿਆਵਾਂ ਆਉਣਗੀਆਂ ਜਿਹੜੀਆਂ ਅੱਜ ਆ ਰਹੀਆਂ। ਇਹੀ ਕਾਰਨ ਹੈ ਕਿ ਸਾਡੇ ਪ੍ਰਚਾਰਕਾਂ ਦੇ ਵਿੱਚ ਆਪਣੇ ਅੰਦਰ ਜੀਵਨ ਦੀ ਜਿਹੜੀ ਕਣੀ, ਰੂਹਾਨੀ ਕਣੀ ਆ, ਉਹ ਨਹੀਂ ਵਸੀ, ਪ੍ਰੈਕਟੀਕਲ ਜੀਵਨ ਨਹੀਂ। ਜਿਵੇਂ ਸਿੰਘ ਸਾਹਿਬ ਨੇ ਦੱਸਿਆ ਕਿ ਇਹ ਸਾਡਾ ਇਤਿਹਾਸ ਸਿਰਫ ਦਰਸਾਉਣ ਦਾ ਨਹੀਂ ਆ, ਇਹ ਕਮਾਉਣ ਦਾ ਵੀ ਹੈ। ਜੇ ਸਾਡੇ ਇਤਿਹਾਸ ਦੇ ਉੱਤੇ ਜੇ ਸ਼ੰਕੇ ਅੱਜ ਕਰ ਰਹੇ ਆ, ਉਹੀ ਲੋਕ ਕਰ ਰਹੇ ਆ ਜਿਨ੍ਹਾਂ ਨੇ ਉਸ ਅਨੁਭਵ ਦੇ ਵਿੱਚ ਆਪਣੀ ਸੁਰਤ ਨੂੰ ਨਹੀਂ ਢਾਲਿਆ। ਸੋ ਇਸੇ ਕਰਕੇ ਜਦੋਂ ਤੱਕ ਪ੍ਰਚਾਰਕ ਆਪਣੇ ਜੀਵਨ ਦੇ ਵਿੱਚ ਜਿਹੜੀ ਚੀਜ਼ ਨੂੰ ਉਹ ਪ੍ਰਚਾਰ ਕਰਦੇ ਉਹਨੂੰ ਜੀਵਨ 'ਚ ਨਹੀਂ ਕਮਾਉਂਦੇ, ਤਾਂ ਉਦੋਂ ਤੱਕ ਇਦਾਂ ਦੀਆਂ ਜਿਹੜੀਆਂ ਤਰਕ ਵਿਤਰਕਾਂ ਜਿਹੜੀਆਂ ਹੁੰਦੀਆਂ ਰਹਿਣਗੀਆਂ। ਅੱਛਾ, ਇੱਕ ਗੱਲ ਦੱਸੋ, ਪ੍ਰਚਾਰਕਾਂ ਦਾ ਕੀ ਰੋਲ ਡਿਫਾਈਨ ਹੋਣਾ ਚਾਹੀਦਾ ਕਿ ਪ੍ਰਚਾਰਕ ਦੀ ਇਹ ਲੀਕ ਹੈਗੀ, ਇਸ ਲੀਕ ਤੋਂ ਬਾਅਦ ਪ੍ਰਚਾਰਕ ਨੂੰ ਨਹੀਂ ਜਾਣਾ ਚਾਹੀਦਾ? ਮੈਂ ਇਹ ਸਵਾਲ ਇਸ ਸੰਦਰਭ ਦੇ ਵਿੱਚ ਕਹਿ ਰਿਹਾ ਕਿ ਜੇ ਪ੍ਰਚਾਰਕ ਨੂੰ ਅੱਜ ਸਿੱਖ ਕੌਮ ਦੇ ਵਿੱਚ ਜਾਂ ਸਿੱਖ ਸਿਆਸਤ ਦੇ ਵਿੱਚ ਕੁਝ ਗਲਤ ਹੋ ਰਿਹਾ, ਉਹਦੇ ਤੇ ਕੀ ਸਵਾਲ ਚੁੱਕਣ ਦਾ ਜਾਂ ਸਵਾਲ ਕਰਨ ਦਾ ਉਹਦਾ ਹੱਕ ਨਹੀਂ ਹੈ? ਕਿ ਅੱਜ ਸਾਡੀਆਂ ਸਿੱਖ ਸੰਸਥਾਵਾਂ ਦੇ ਵਿੱਚ ਜੇ ਕੁਝ ਗਲਤ ਹੋ ਰਿਹਾ, ਕਿ ਇੱਕ ਪ੍ਰਚਾਰਕ ਦਾ ਫਰਜ਼ ਨਹੀਂ ਹੈ ਕਿ ਉਹ ਸੰਗਤ ਦੇ ਸਾਹਮਣੇ ਉਹ ਚੀਜ਼ਾਂ ਲੈ ਕੇ ਆਵੇ? ਜੇ ਉਹ ਲੈ ਕੇ ਆਂਦਾ ਤਾਂ ਅਸੀਂ ਉਹਨੂੰ ਇਹ ਕਿਉਂ ਕਹਿੰਦੇ ਆ ਕਿ ਇਹ ਕੋਈ ਪ੍ਰਚਾਰ ਦਾ ਤਰੀਕਾ ਨਹੀਂ ਹੈ, ਇਹ ਪ੍ਰਚਾਰ ਦਾ ਲਹਿਜ਼ਾ ਨਹੀਂ ਹੈ? ਦੇਖੋ, ਪ੍ਰਚਾਰਕ ਸਾਡਾ ਅਧਿਆਪਕ ਹੈ। ਪ੍ਰਚਾਰਕ ਨੇ ਸਾਡੇ ਮਸਲੇ ਉਲਝਾਉਣੇ ਨਹੀਂ। ਅਧਿਆਪਕ ਵਿਦਿਆਰਥੀ ਦੇ ਅੰਦਰ ਜਿਗਿਆਸਾ ਹੋ ਸਕਦੀ ਹੈ, ਅਧਿਆਪਕ ਉਸ ਜਿਗਿਆਸਾ ਨੂੰ ਦੂਰ ਕਰ ਸਕਦਾ ਔਰ ਉਹਦੀ ਪੂਰਤੀ, ਉਹਦੀ ਜਿਹੜੀ ਅੰਦਰ ਦੀ ਅਭਿਲਾਸ਼ਾ ਉਹਦੀ ਪੂਰਤੀ ਕਰਦਾ। ਜਦੋਂ ਸਾਡਾ ਪ੍ਰਚਾਰਕ ਸਾਡੀਆਂ ਜਿਗਿਆਸਾਵਾਂ ਨੂੰ ਪੂਰਾ ਕਰੇਗਾ, ਸਾਡੀ ਅਭਿਲਾਸ਼ਾ ਨੂੰ ਪੂਰਾ ਕਰੇਗਾ, ਸਾਡੇ ਸ਼ੰਕੇ ਦੂਰ ਕਰੇਗਾ, ਤਦ ਤੱਕ ਪ੍ਰਚਾਰ ਜਿਹੜਾ ਆ ਉਹ ਸਹੀ ਰਸਤੇ ਤੇ ਚੱਲ ਰਿਹਾ। ਔਰ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਰਾਜਨੀਤਿਕ ਖੇਤਰ ਦੇ ਵਿੱਚ, ਜਾਂ ਕਿਉਂਕਿ ਸਿੱਖ ਧਰਮ ਇੱਕ ਗ੍ਰਸਥੀ ਧਰਮ ਆ, ਇਹਦੇ ਵਿੱਚ ਕੋਈ ਹੱਦਬੰਦੀ ਨਹੀਂ ਹੈਗੀ ਕਿ ਤੁਸੀਂ ਇਹ ਧਰਮ ਇਸ ਤੋਂ ਅੱਗੇ ਨਹੀਂ ਵਧਣਾ। ਰਾਜਨੀਤੀ ਵੀ ਹੈ ਇਹਦੇ ਵਿੱਚ, ਸਮਾਜਿਕ ਜੀਵਨ ਵੀ ਹੈ, ਸਾਰਾ ਕੁਝ ਹੀ ਹੈ। ਸੋ ਇਸ ਕਰਕੇ ਪ੍ਰਚਾਰਕਾਂ ਦਾ ਫਰਜ਼ ਬਣਦਾ ਹੈ ਕਿ ਜੇ ਸਾਡੇ ਰਾਜਨੀਤਿਕ ਤਾਣੇ ਬਾਣੇ ਦੇ ਵਿੱਚ ਕੁਝ ਉਣਤਾਈਆਂ ਆ ਰਹੀਆਂ, ਕੁਝ ਗਲਤ ਹੋ ਰਿਹਾ, ਤਾਂ ਉਹਦੇ ਤੋਂ ਵੀ ਸੁਚੇਤ ਕਰਨ। ਔਰ ਧਾਰਮਿਕ ਜਿਹੜੇ ਪਦਵੀਆਂ ਤੇ ਬੈਠੇ ਜਿਹੜੇ ਆਗੂ ਆ, ਜੇਕਰ ਉਹ ਗਲਤ ਰਾਹ ਤੇ ਜਾ ਰਹੇ ਤੇ ਉਹਨਾਂ ਨੂੰ ਵੀ ਜਿਹੜਾ ਸੁਚੇਤ ਕਰਨ। ਪਰ ਪ੍ਰਚਾਰਕ ਨੇ ਸਵਾਲ ਨਹੀਂ ਖੜੇ ਕਰਨੇ, ਉਹਨੇ ਸਵਾਲਾਂ ਦੇ ਜਵਾਬ ਦੇਣੇ ਆ। ਸੋ ਅੱਜ ਜਿਹੜੇ ਪ੍ਰਚਾਰਕ ਆ ਸਾਡੇ, ਉਹ ਹੁਜਤਾਂ ਕਰ ਰਹੇ ਆ।
ਉਹ ਸਾਡੇ ਜੋ ਸਹੀ ਰਸਤੇ ਤੇ ਸਹੀ ਆਪਣਾ ਫਰਜ਼ ਨਹੀਂ ਨਿਭਾ ਰਹੇ। ਸੋ ਇਸੇ ਕਰਕੇ ਕਿਉਂਕਿ ਲੋਕ ਜਿਹੜੇ ਉਹ ਵੱਡੇ ਦੰਬ ਦੇ ਵਿੱਚ ਨੇ ਕਿ ਅਸੀਂ ਕਿੱਧਰ ਜਾਈਏ। ਪ੍ਰਚਾਰਕ ਉਹਨਾਂ ਦੀ ਜਿਗਿਆਸਾ ਨੂੰ ਦੂਰ ਨਹੀਂ ਕਰ ਰਹੇ। ਪ੍ਰਚਾਰਕ ਉਹਨਾਂ ਨੂੰ ਰਾਹ ਵੀ ਦੇਖੋ, ਇਹ ਗਲਾਸ ਹੈ ਅੱਧਾ ਪਾਣੀ ਦਾ ਭਰਿਆ ਅੱਧਾ ਖਾਲੀ ਹੈ, ਤੁਸੀਂ ਅੱਧਾ ਖਾਲੀ ਕਰੀ ਜਾਓਗੇ ਤਾਂ ਉਹ ਜਿਹੜਾ ਭਰਿਆ ਵਾਲਾ ਉਸ ਪਾਸੇ ਨੂੰ ਨਹੀਂ ਦੱਸੋਗੇ ਤਾਂ ਉਹ ਤੁਹਾਡੇ ਵਿੱਚ ਜਿਹੜੀ ਹੈ ਨਾ ਪੱਖੀ ਰੁਚੀ ਜਿਹੜੀ ਉਹ ਭਾਰੂ ਹੋਏਗੀ। ਸੋ ਇਸੇ ਤਰ੍ਹਾਂ ਜੇਕਰ ਪ੍ਰਚਾਰਕ ਜਿਹੜੀਆਂ ਕਮੀਆਂ ਧਰਮ ਦੇ ਵਿੱਚ ਆ ਰਹੀਆਂ, ਧਾਰਮਿਕ ਜੀਵਨ ਦੇ ਵਿੱਚ ਸਾਡੇ ਆ ਰਹੀਆਂ, ਜਾਂ ਰਾਜਨੀਤਿਕ ਤਾਣੇ ਬਾਣੇ 'ਚ ਆ ਰਹੀਆਂ, ਜਾਂ ਧਾਰਮਿਕ ਸੰਸਥਾਵਾਂ ਦੇ ਵਿੱਚ ਆ ਰਹੀਆਂ, ਉਹਨਾਂ ਨੂੰ ਜ਼ਰੂਰ ਨਿਸ਼ਾਨਦੇਹੀ ਕਰੇ, ਪਰ ਨਾਲ ਉਹਨਾਂ ਦਾ ਹੱਲ ਵੀ ਦੱਸੇ, ਉਹ ਰਸਤਾ ਵੀ ਦੱਸੇ। ਸੋ ਤਾਂ ਪ੍ਰਚਾਰ ਸਹੀ ਰਸਤੇ ਤੇ ਚੱਲ ਸਕਦਾ। ਬਿਲਕੁਲ। ਵੱਡੀ ਗੱਲ ਇਹ ਹੈ ਕਿ ਹਰੇਕ ਧਰਮ ਦੇ ਵਿੱਚ, ਹਰੇਕ ਸਮਾਜਿਕ ਤਾਣੇ ਬਾਣੇ ਦੇ ਵਿੱਚ ਇੱਕ ਸਿਸਟਮ ਹੁੰਦਾ। ਉਸ ਸਿਸਟਮ ਦੇ ਅਧੀਨ ਜੇਕਰ ਅਸੀਂ ਚੱਲਦੇ ਹਾਂ ਤਾਂ ਸਭ ਕੁਝ ਠੀਕ ਹੈ। ਜਦੋਂ ਸਿਸਟਮ ਦੇ ਉਲਟ ਜਾਣ ਦੀ ਕੋਸ਼ਿਸ਼ ਕਰਦੇ ਹਾਂ ਬਿਨਾਂ ਕਿਸੇ ਸੁਝਾਅ ਦੇ, ਬਿਨਾਂ ਕਿਸੇ ਪਰਿਵਰਤਨ ਦੇ, ਤਾਂ ਸ਼ਾਇਦ ਜ਼ਿਆਦਾ ਨੁਕਸਾਨ ਹੋ ਜਾਂਦਾ। ਹਰਪਾਲ ਸਿੰਘ ਜੀ, ਵੱਡਾ ਸਵਾਲ ਜਿਹੜਾ ਮੈਂ ਕਿਹਾ ਸੀਗਾ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਬੀਇੰਗ ਅ ਪ੍ਰਚਾਰਕ, ਜਦੋਂ ਤੁਸੀਂ ਪ੍ਰਚਾਰ ਕਰਨ ਲਈ ਬੈਠਦੇ ਹੋ, ਕੀ ਕਦੇ ਜ਼ਿਹਨ ਦੇ ਵਿੱਚ ਆਉਂਦਾ ਹੈ ਕਿ ਇਹ ਮੇਰੀ ਲਾਈਨ ਹੈਗੀ ਹੈ, ਮੈਂ ਇਸ ਲਾਈਨ ਤੱਕ ਰਹਿਣਾ ਹੈ, ਇਸ ਲਾਈਨ ਤੋਂ ਜੇ ਮੈਂ ਪਾਰ ਗਿਆ ਤਾਂ ਜਿਹੜੀ ਸੰਗਤ ਬੈਠੀ ਹੈ ਉਸ ਸੰਗਤ ਦੇ ਮਨ ਦੇ ਵਿੱਚ ਹੋ ਸਕਦਾ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਜਾਣ, ਹੋ ਸਕਦਾ ਹੈ ਸੰਗਤ ਦੇ ਮਨ ਦੇ ਵਿੱਚ ਕਿਸੇ ਸੰਸਥਾ ਦੇ ਪ੍ਰਤੀ ਗਲਤ ਖਿਆਲ ਪੈਦਾ ਹੋ ਜਾਣ। ਕਦੇ ਇਹ ਮਨ ਦੇ ਵਿੱਚ ਗੱਲ ਆਂਦੀ ਹੈ ਜਾਂ ਤੁਹਾਨੂੰ ਇਹ ਹੁੰਦਾ ਹੈ ਕਿ ਮੈਂ ਪ੍ਰਚਾਰ ਕਰਨਾ ਜਿਸ ਮਰਜ਼ੀ ਲੈਵਲ ਤੱਕ ਹੋਵੇ ਮੈਂ ਜਾ ਸਕਦਾ? ਵੇਖੋ, ਇਸ਼ੂਜ਼ ਜਿਹੜੇ ਹੁੰਦੇ ਆ ਕੌਮ ਦੇ, ਉਹਨਾਂ ਨੂੰ ਲੈ ਕੇ ਉਹਨਾਂ ਨੂੰ ਸੋਲਵ ਕਰਨਾ ਹੈ ਨਾ, ਦੁਬਿਧਾ ਵਿੱਚੋਂ ਕੱਢਣਾ, ਉਹ ਫਰਜ਼ ਤਾਂ ਬਣਦਾ ਹੈ, ਪਰ ਕੋਸ਼ਿਸ਼ ਇਹ ਹੁੰਦੀ ਹੈ ਵੀ ਜਿਸ ਗੱਲ ਬਾਰੇ ਮੈਂ ਜਾਣਦਾ ਨਹੀਂ ਹਾਂ ਪੂਰਾ, ਉਸ ਗੱਲ ਨੂੰ ਨਾ ਛੋਇਆ ਜਾਵੇ। ਜ਼ਰੂਰੀ ਨਹੀਂ ਹੈ ਮੈਂ ਹਰ ਵਿਸ਼ੇ ਨੂੰ ਜਾਣਦਾ ਮੈਂ, ਦੁਨੀਆ ਦਾ ਹਰ ਵਿਸ਼ਾ ਵੀ ਮੈਂ ਰਿਲਾਇੰਸ ਦੀ ਸਿਮ ਤੋਂ ਲੈ ਕੇ ਤੇ ਹਵਾਈ ਜਹਾਜ਼ ਬਣਾਉਣ ਤੱਕ ਮੈਨੂੰ ਗਿਆਨ ਹੋਵੇ। ਸੋ ਜਾਂ ਧਰਮ ਦੇ ਵਿਸ਼ੇ ਦੇ ਉੱਤੇ ਹੀ ਬਹੁਤ ਸਾਰੇ ਇਸ਼ੂ ਐਸੇ ਨੇ, ਜਾਂ ਸੋਸ਼ਲ ਜੀਵਨ ਹੈ, ਰਾਜਸੀ ਜੀਵਨ ਹੈ, ਉਭਾਰਨਾ ਜ਼ਰੂਰ ਚਾਹੀਦਾ। ਇਹ ਮਕਸਦ ਹੈਗਾ ਲੋਕਾਂ ਨੂੰ ਦੁਬਿਧਾ ਚੋਂ ਕੱਢਣਾ, ਪਰ ਜਿਹਦੇ ਉੱਤੇ ਪੂਰਨ ਪਕੜ ਹੈ, 100% ਪੂਰੇ ਨਹੀਂ ਆ ਅਸੀਂ, ਤਾਂ ਜਿਹਦੇ ਤੇ ਪੂਰਨ ਪਕੜ ਹੈ, ਸਾਨੂੰ ਵਿਸ਼ਵਾਸ ਹੈ ਵੀ ਅਸੀਂ ਕੌਮ ਦਾ ਭਲਾ ਕਰ ਸਕਦੇ ਹਾਂ, ਅਸੀਂ ਇਹ ਨੌਜਵਾਨਾਂ ਬੱਚਿਆਂ ਨੂੰ ਦੁਬਿਧਾ ਵਿੱਚੋਂ ਕੱਢ ਸਕਦੇ ਹਾਂ, ਸਹੀ ਡਾਇਰੈਕਸ਼ਨ ਦੇ ਸਕਦੇ ਹਾਂ ਗੁਰਬਾਣੀ ਦੇ ਚਾਨਣ ਵਿੱਚ। ਹਰ ਗੱਲ ਗੁਰਬਾਣੀ ਦੇ ਚਾਨਣ ਵਿੱਚ, ਭਾਵੇਂ ਉਹ ਸਾਡਾ ਆਰਥਿਕ ਪੱਖ ਹੈ, ਭਾਵੇਂ ਉਹ ਸੋਸ਼ਲ ਪੱਖ ਹੈ, ਗੁਰਬਾਣੀ ਦੇ ਚਾਨਣ ਤੋਂ ਪ੍ਰਚਾਰਕ ਜਦੋਂ ਬਾਹਰ ਜਾਏਗਾ ਨਾ, ਜਿੱਥੇ ਆਪਣੀ ਮੱਤ ਮਿਲ ਜਾਏਗੀ ਉੱਥੇ ਵਿਚਾਰ ਦੀ ਜਗ੍ਹਾ ਤਕਰਾਰ ਆ ਜਾਏਗੀ। ਤੇ ਜਿੱਥੇ ਗੁਰੂ ਦੀ ਮੱਤ ਹੈ ਉੱਥੇ ਫਿਰ ਇਹ ਵਿਚਾਰ ਸਾਨੂੰ ਜੋੜਦੀ ਹੈ। ਤਾਂ ਇਹ ਜ਼ਰੂਰ ਕੋਸ਼ਿਸ਼ ਕਰਨਾ ਵੀ ਜੋ ਵੀ ਹੋਵੇ ਉਹ ਗੁਰਬਾਣੀ ਦੀ ਰੁਕੇ, ਕਿਉਂਕਿ ਗੁਰਬਾਣੀ ਇਸ ਜੱਗ ਮੈਂ ਚਾਨਣ, ਸਾਡੇ ਕੋਲ ਇਹੀ ਰੋਸ਼ਨੀ ਹੈ ਜਿਹਦੇ 'ਚ ਅਸੀਂ ਸੱਚ ਤੇ ਝੂਠ ਵੇਖਣਾ। ਅੱਛਾ ਬਾਬਾ ਜੀ, ਗੱਲ ਹੋਰ ਦੱਸੋ, ਸਿੱਖ ਕੌਮ ਦੇ ਵਿੱਚ ਬੜੇ ਸਾਰੇ ਮਸਲੇ ਅਜਿਹੇ ਨੇ ਜਿਨ੍ਹਾਂ ਤੇ ਇੱਕ ਮਤ ਨਹੀਂ ਹੈ, ਜਿਹੜੇ ਵਿਵਾਦਪੂਰਨ ਨੇ। ਤੁਹਾਨੂੰ ਚਾਹੀਦਾ ਕਿ ਪ੍ਰਚਾਰਕਾਂ ਦੇ ਲਈ ਇੱਕ ਲੀਕ ਅਜਿਹੀ ਖਿੱਚ ਦੇਣੀ ਚਾਹੀਦੀ ਹੈ ਕਿ ਜਿਸ ਗੱਲ ਦੇ ਉੱਤੇ, ਜਿਸ ਸਾਹਿਤ ਦੇ ਉੱਤੇ ਇੱਕ ਮਤ ਨਹੀਂ ਬਣ ਪਾਈ ਪੂਰੀ ਸਿੱਖ ਕੌਮ ਦੀ, ਉਸ ਬਾਰੇ ਨਾ ਤਾਂ ਕੋਈ ਗੱਲ ਕੀਤੀ ਜਾਵੇ, ਨਾ ਉਹਦਾ ਪ੍ਰਚਾਰ ਕੀਤਾ ਜਾਵੇ। ਅਜਿਹਾ ਹੋਣਾ ਚਾਹੀਦਾ। ਬਹੁਤ ਸਾਰੀਆਂ ਗੱਲਾਂ ਐਸੀਆਂ ਨੇ ਜਿਹੜੀਆਂ ਆਮ ਸੰਗਤ ਨੂੰ ਕਹਿਣ ਦੀ ਬਜਾਏ ਜੇ ਸਾਡੇ ਮਤਭੇਦ ਨੇ ਤੇ ਅਸੀਂ ਪ੍ਰਚਾਰਕ ਇੰਟਰਨਲ ਤੌਰ ਤੇ ਉਹਨੂੰ ਸੁਲਝਾ ਸਕੀਏ, ਕਿਉਂਕਿ ਸਾਡਾ ਮਨੋਰਥ ਸੰਗਤ ਨੂੰ ਦੁਬਿਧਾ ਵਿੱਚ ਪਾਉਣਾ ਨਹੀਂ ਹੈ। ਦੂਸਰੀ ਗੱਲ, ਜੇ 99 ਗੱਲਾਂ ਸਾਡੀਆਂ ਸਾਂਝੀਆਂ ਨੇ, ਇੱਕ ਗੱਲ ਦੇ ਉੱਤੇ ਮਤਭੇਦ ਨੇ, ਤੇ ਉਹਦਾ ਮਤਲਬ ਇਹ ਨਹੀਂ ਅਸੀਂ ਇੱਕ ਦੂਜੇ ਦੇ ਦੁਸ਼ਮਣ, ਅਸੀਂ ਭਰਾ ਹੀ ਆ। ਵਿਚਾਰਧਾਰਕ ਮਤਭੇਦ ਪਿਤਾ ਪੁੱਤਰ ਦੇ ਵੀ ਹੋ ਸਕਦੇ ਆ, ਪਤੀ ਪਤਨੀ ਦੇ ਵੀ ਹੋ ਸਕਦੇ ਆ, ਕਿਸੇ ਨਾ ਕਿਸੇ ਇੱਕ ਅੱਧੇ ਪੁਆਇੰਟ ਦੇ ਉੱਤੇ। ਠੀਕ ਹੈ। ਤੇ ਉਹਦੇ ਨਾਲ ਇਹ ਨਹੀਂ ਹੁੰਦਾ ਵੀ ਰਿਸ਼ਤੇ ਟੁੱਟ ਜਾਂਦੇ ਆ ਜਾਂ ਇੱਕ ਦੂਜੇ ਦੇ ਵੈਰੀ ਬਣ ਜਾਈਦਾ। ਸੋ ਇਹ ਇੱਕ ਪੀੜੀ ਗੰਢ ਹੈ। ਅਸੀਂ ਸਮਾਜ ਨੂੰ ਵੇਖਦੇ ਆ, ਸਮਾਜ ਜੁੜਿਆ ਕਿੱਦਾਂ, ਵੱਖ-ਵੱਖ ਧਰਮ ਨੇ, ਸਰਕਾਰਾਂ ਚੱਲਦੀਆਂ, ਵੱਖ-ਵੱਖ ਵਿਚਾਰਧਾਰਾ ਆ। ਤਾਂ ਉਹ ਸਾਰਾ ਕੁਝ ਲਕੀਰ ਖਿੱਚ ਕੇ ਨਹੀਂ ਹੁੰਦਾ, ਉਹਦੇ 'ਚ ਬੜੀ ਫਲੈਕਸੀਬਿਲਿਟੀ ਹੈ। ਪਿਆਰ ਜਿਹੜਾ ਹੈ ਨਾ, ਉਹ ਬਹੁਤ ਸਾਰਿਆਂ ਨੂੰ ਗੁਨਾਹਾਂ ਨੂੰ ਵੀ ਢੱਕ ਲੈਂਦਾ। ਮੇਰੇ ਕਹਿਣ ਦਾ ਭਾਵ ਇਹ ਹੈ ਕਿ ਜੇਕਰ ਅਜਿਹਾ ਕੁਝ ਹੋ ਜੇ, ਭਾਵੇਂ ਉਹ ਅਕਾਲ ਤਖਤ ਸਾਹਿਬ ਵੱਲੋਂ ਹੋਵੇ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਹੋਵੇ, ਕਿ ਆਹ ਜਿਹੜੀਆਂ ਚੀਜ਼ਾਂ ਨੇ, ਜਦੋਂ ਤੱਕ ਸਿੱਖ ਕੌਮ ਦੇ ਵਿੱਚ ਇਸ ਮਸਲੇ ਦੇ ਉੱਤੇ ਇੱਕ ਮਤ ਨਹੀਂ ਬਣਦੀ, ਇਹਦੇ ਬਾਰੇ ਜ਼ਿਆਦਾ ਗੱਲਬਾਤ ਨਾ ਕੀਤੀ ਜਾਵੇ, ਸ਼ਾਇਦ ਉਹਦੇ ਨਾਲ ਵਿਵਾਦ ਥੋੜੇ ਘਟ ਜਾਣ। ਉਹਦਾ ਹੱਲ ਤੇ ਇੱਕ ਬੜਾ ਪਿਆਰਾ ਨਾ, ਜਿਹੜਾ ਮੈਂ ਪਹਿਲਾਂ ਬੇਨਤੀ ਕੀਤੀ ਹੈ ਵੀ ਮੈਂ ਸੂਰਜ ਪ੍ਰਕਾਸ਼ ਦੀ ਕਥਾ ਹੈ, ਮੈਨੂੰ 25 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਕਰਦਿਆਂ ਨੂੰ, ਪਰ ਹਰ ਗੱਲ ਨੂੰ ਜਦੋਂ ਗੁਰਬਾਣੀ ਦੇ ਚਾਨਣ 'ਚ ਪੇਸ਼ ਕਰਾਂਗੇ ਉਹਦਾ ਕਨਸੈਪਟ ਹੀ ਬਦਲ ਜਾਣਾ। ਸੋ ਸਾਡੇ ਕੋਲ ਸਭ ਤੋਂ ਵੱਡੀ ਤਾਕਤ ਹੈ, ਉਹ ਭਾਵੇਂ ਸੂਰਜ ਪ੍ਰਕਾਸ਼ ਹੈ, ਭਾਵੇਂ ਡਾਕਟਰ ਗੰਡਾ ਸਿੰਘ ਨੇ, ਭਾਵੇਂ ਪਿਆਰਾ ਸਿੰਘ ਪਦਮ ਜੀ ਨੇ, ਕੋਈ ਵੀ ਨੇ, ਭਾਵੇਂ ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ। ਅਸੀਂ ਇਹ ਨਹੀਂ ਕਹਿ ਸਕਦੇ ਵੀ ਆਹ ਮਨੁੱਖ ਦੀ ਲਿਖਤ ਜਿਹੜੀ ਆ ਉਹ ਡਨ ਹੈ। ਹਰ ਮਨੁੱਖ ਨੇ ਵਿੱਚ ਕੁਝ ਨਾ ਕੁਝ ਆਪਣੀ ਮਿਹਨਤ ਨਾਲ, ਆਪਣੇ ਸੋਰਸਜ ਨਾਲ ਲਿਖਿਆ। ਹਰ ਇੱਕ ਗੱਲ ਦੇ ਉੱਤੇ ਜੇ ਸਾਡੇ ਕੋਲ ਕੁਝ ਹੈ ਫਾਈਨਲ ਡਿਸੀਜਨ, ਤੇ ਉਹ ਗੁਰਬਾਣੀ ਹੈ, ਤੇ ਉਹਨੂੰ ਉਹਨਾਂ ਲਈਏ ਜਿੰਨਾ ਗੁਰਬਾਣੀ ਦੇ ਚਾਨਣ 'ਚ ਸਹੀ ਹੈ। ਨੈਗੇਟਿਵ ਉਭਾਰਨ ਦੀ ਬਜਾਏ
ਅਸੀਂ ਨੈਗੇਟਿਵ ਵਾਲੇ ਪਾਸੇ ਨੂੰ ਨਿਗਾਹ ਹੀ ਨਾ ਮਾਰੀਏ। ਰਾਬੀਆ ਇੱਕ ਛੋਟੀ ਜਿਹੀ ਮੈਂ ਉਦਾਹਰਨ ਦਿੰਦਾ, ਇਸਲਾਮ ਦੇ ਅੰਦਰ ਬੜੀ ਸਤਿਕਾਰਤ ਇਸਤਰੀ ਹੋਈ ਬੀਬੀ ਰਾਬੀਆ ਜੀ, ਤੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਸੀ ਵੀ ਰਾਬੀਆ ਸ਼ੈਤਾਨ ਬਾਰੇ ਤੁਹਾਡਾ ਕੀ ਖਿਆਲ ਹੈ? ਤੇ ਉਹਨਾਂ ਨੇ ਕਿਹਾ ਮੇਰੇ ਕੋਲ ਸਮਾਂ ਹੀ ਕਿੱਥੇ ਹੈ ਮੈਂ ਸ਼ੈਤਾਨ ਬਾਰੇ ਸੋਚਾਂ, ਵਾਹ, ਮੈਂ ਤੇ ਖੁਦਾ ਬਾਰੇ ਹੀ ਸੋਚਦੀ। ਤੋ ਸਾਡੇ ਕੋਲ ਸਮਾਂ ਹੀ ਕਿੱਥੇ ਆ ਵੀ ਅਸੀਂ ਉਹ ਉੱਥੇ એનર્ਜੀ ਵੇਸਟ ਕਰੀਏ। ਅਸੀਂ ਤੇ ਗੁਰਬਾਣੀ ਦੇ ਚਾਨਣ ਚ ਅੱਗੇ ਵਧਣ ਦਾ ਗਾਹਾਂ ਕੋ ਤਰਾਗ ਪਿੱਛੇ ਫੇਰ ਨਾ ਮੋੜਨਾ, ਇਦਾਂ ਤੁਰੀਏ। ਅੱਛਾ, ਪਰ ਗਿਆਨੀ ਜੀ ਇੱਕ ਗੱਲ ਇਹ ਨਹੀਂ ਲੱਗਦੀ ਕਿ ਜਿਵੇਂ ਮੈਂ ਸਿਸਟਮ ਦੀ ਗੱਲ ਕੀਤੀ ਹੈ, ਸਾਡੀਆਂ ਸੰਸਥਾਵਾਂ ਨੇ ਜਾਂ ਸ਼੍ਰੋਮਣੀ ਕਮੇਟੀ ਹੈ ਜਾਂ ਅਕਾਲ ਤਖਤ ਸਾਹਿਬ ਹੈ, ਜਦੋਂ ਚਲੋ ਆਪਾਂ ਸਿੱਧਾ ਹੀ ਕਹਿ ਦਿੰਦੇ ਹਾਂ, ਮੈਂ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਉਦਾਹਰਨ ਲੈਣਾ। ਜਦੋਂ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਅੱਜ ਜੱਦਾਰ ਸਾਹਿਬਾਨ ਬਾਰੇ ਜਾਂ ਅਕਾਲ ਤਖਤ ਸਾਹਿਬ ਬਾਰੇ ਕੁਝ ਬੋਲਦੇ ਨੇ ਔਰ ਸੰਗਤ ਦਾ ਇੱਕ ਵੱਡਾ ਹਿੱਸਾ ਉਹਨਾਂ ਦੇ ਨਾਲ ਵੀ ਜੁੜਿਆ ਹੋਇਆ, ਫਿਰ ਅਸੀਂ ਇੱਕ ਸਿਸਟਮ ਨੂੰ ਤੋੜਨ ਦੀ ਜਾਂ ਇੱਕ ਸਿਸਟਮ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ। ਜਦੋਂ ਤੁਹਾਨੂੰ ਇਹ ਕਿਹਾ ਗਿਆ ਕਿ ਕਮੇਟੀ ਬਣਾਈ ਗਈ ਹੈ, ਜੇਕਰ ਕੋਈ ਮਤਭੇਦ ਹੋ ਗਿਆ ਤੁਸੀਂ ਮਿਲ ਕੇ ਬੈਠ ਕੇ ਗੱਲ ਕਰੋ, ਤੇ ਉਹ ਕਹਿੰਦੇ ਨੇ ਕਿ ਮੈਂ ਉਸ ਕਮੇਟੀ ਅੱਗੇ ਪੇਸ਼ ਨਹੀਂ ਹੋਣਾ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਇੱਕ ਭਾਵਨਾ ਹੀ ਪੈਦਾ ਹੋਗੀ ਕਿ ਇਸ ਕਮੇਟੀ ਨੇ ਮੇਰੇ ਖਿਲਾਫ ਹੀ ਰਿਪੋਰਟ ਦੇਣੀ ਹੈ ਜਾਂ ਇਸ ਕਮੇਟੀ ਨੇ ਮੈਨੂੰ ਗਲਤ ਹੀ ਸਾਬਤ ਕਰਨਾ ਹੈ। ਫਿਰ ਇਹ ਮਸਲਾ ਕਿਵੇਂ ਹੱਲ ਹੋਵੇ? ਸੰਵਾਦ ਦੀ ਤੁਸੀਂ ਗੱਲ ਕਰਦੇ ਹੋ, ਪਰ ਸੰਵਾਦ ਕਰਨ ਵਾਲੀਆਂ ਦੋਵੇਂ ਧਿਰਾਂ ਸਹਿਮਤ ਵੀ ਹੋਣੀਆਂ ਚਾਹੀਦੀਆਂ ਨੇ। ਇੱਕ ਧਿਰ ਦੇ ਮਨ ਦੇ ਵਿੱਚ ਜਦੋਂ ਇਹ ਗੱਲ ਘਰ ਕਰ ਗਈ ਕਿ ਦੂਜੀ ਧਿਰ ਨੇ ਮੈਨੂੰ ਗਲਤ ਹੀ ਸਾਬਤ ਕਰਨਾ, ਫਿਰ ਸੰਵਾਦ ਪੋਸੀਬਲ ਕਿਵੇਂ ਹੈ? ਇੱਥੇ ਜਿਹੜਾ ਮਸਲਾ ਹੈ ਨਾ ਜੀ, ਵੇਖੋ ਸੰਵਾਦ ਬੜੀ ਜ਼ਰੂਰੀ ਗੱਲ ਹੈ ਔਰ ਤੁਸੀਂ ਸਿੱਧਾ ਨਾਂ ਲੈ ਕੇ ਗੱਲ ਕੀਤੀ, ਔਰ ਮੈਂ ਵੀ ਕਹਾਂਗਾ ਵੀ ਭਾਈ ਰਣਜੀਤ ਸਿੰਘ ਹੋਰਾਂ ਨੂੰ ਵੀ ਸੰਵਾਦ ਕਰਨਾ ਚਾਹੀਦਾ, ਪਰ ਕਿਸੇ ਨੂੰ ਪਹਿਲਾਂ ਦੋਸ਼ੀ ਸਾਬਤ ਕਰਕੇ ਇਹ ਨਾ ਕਹੀਏ ਵੀ ਤੂੰ ਆਪਣੇ ਹੁਣ ਦੋਸ਼ ਕਲੀਅਰ ਕਰ, ਹੋਵੋ ਇਕੱਤਰ ਮਿਲੋ ਮੇਰੇ ਭਾਈ ਵਾਂਗ ਅਸੀਂ ਬੈਠੀਏ, ਹਨਾ। ਹਾਂ, ਇੱਕ ਹੁੰਦੀਆਂ ਬੱਜਰ ਕੁਰੈਤਾਂ, ਉਹਦੇ ਉੱਤੇ ਅਸੀਂ ਡਿਸੀਜਨ ਲੈ ਸਕਦੇ ਹਾਂ ਵੀ ਇਹ ਪੰਥ ਤੋਂ ਖਤਮ ਹੋ ਗਿਆ। ਇੱਕ ਹੁੰਦੇ ਆ ਗੁਰਬਾਣੀ ਦੇ ਅਰਥ ਕਰਦਿਆਂ ਮੈਂ ਕਿਸੇ ਹੋਰ ਐਂਗਲ ਤੋਂ ਅਰਥ ਕਰਾਂਗਾ, ਤੁਸੀਂ ਮਸਕੀਨ ਸਾਹਿਬ ਆਪ ਕਹਿੰਦੇ ਸਨ ਕਿ ਜਿਹੜੇ ਮੈਂ 10 ਸਾਲ ਪਹਿਲਾਂ ਜਪਜੀ ਸਾਹਿਬ ਦੇ ਅਰਥ ਕੀਤੇ ਸੀ, ਮੈਨੂੰ ਲੱਗਦਾ ਹੁਣ ਮੈਂ ਉਹ ਗਲਤ ਕੀਤੇ ਸੀ ਅੱਗੇ ਹੋਰ, ਹੈ ਨਾ। ਉਹਨੂੰ ਠੋਸਿਆ ਨਹੀਂ ਜਾ ਸਕਦਾ ਕਿਸੇ ਦੇ ਉੱਤੇ। ਸੋ ਇਹ ਮੁੱਢ ਕਦੀਮ ਤੋਂ ਵੀ ਚੱਲਿਆ ਆਇਆ, ਦੋਸ਼ੀ ਬਣਾ ਕੇ ਨਹੀਂ, ਪਿਆਰ ਗਲਵੱਕੜੀ ਚ ਲਿਆ ਕੇ ਆਪਾਂ ਸਾਰੇ ਬੈਠੀਏ, ਇਹੀ ਇੱਕ ਹੱਲ ਹੈ। ਉਹ ਵੱਡਾ ਜਿਹਾ ਜਿਗਰਾ ਕਰਕੇ ਹਰ ਪਹਿਲੂ ਜਿਗਰਾ ਕਿਹਨੂੰ ਕਰਨਾ ਚਾਹੀਦਾ? ਵੱਡਾ ਜਿਨ੍ਹਾਂ ਨੇ ਕਲਾਵੇ 'ਚ ਲੈਣਾ ਜੀ ਸਾਡਿਆਂ, ਉਹਨਾਂ ਨੂੰ ਕਰਨਾ ਚਾਹੀਦਾ ਕਿ ਅਸੀਂ ਬਹੁਤਾ ਵੱਡਾ ਜਿਗਰਾ ਕਰੀਏ, ਬਹੁਤ ਵੱਡਾ ਕਲਾਵਾ ਹੋਵੇ, ਕਿਉਂਕਿ ਜੇ ਗੁਨਾਹ ਹੀ ਇਕੱਲੇ ਵੇਖਣ ਦੀ ਗੱਲ ਆਏਗੀ ਤਾਂ ਹਰਪਾਲ ਸਿੰਘ 'ਚੋਂ ਵੀ ਲੱਭ ਜਾਣੇ ਆ, ਉਹ ਬਹੁਤ ਸਾਰੇ ਹੋਰ ਜਿਹੜੇ ਸਥਾਨ ਨੇ ਉਹਨਾਂ 'ਚੋਂ ਵੀ ਬਹੁਤ ਸਾਰੇ ਲੱਭ ਸਕਦੇ ਆ। ਪਰ ਜਦੋਂ ਅਸੀਂ ਵਿਸ਼ੇਸ਼ ਤੌਰ ਤੇ ਟਾਰਗੇਟ ਕਰ ਲੈਂਦੇ ਆ ਕਿਸੇ ਨੂੰ, ਉਦੋਂ ਜਿਹੜਾ ਉਹ ਇਸ਼ੂ ਹੋਰ ਬਣ ਜਾਂਦਾ। ਇਹ ਸੁਹਿਰਦ ਸੋਚ ਬਣਾਈਏ ਵੀ ਅਸੀਂ ਸਾਰੇ ਪੰਥ ਨੂੰ ਜੋੜਨਾ ਤੇ ਬਹੁਤ ਕੁਝ ਜਿਹੜਾ ਆ ਉਹ ਮਿਲ ਬੈਠ ਕੇ ਵੱਡਾ ਜਿਹਾ ਦਿਲ ਕਰਕੇ, ਕਿਸੇ ਨੂੰ ਦੋਸ਼ੀ ਬਣਾ ਕੇ ਨਹੀਂ। ਪਰ ਕੀ ਤੁਹਾਨੂੰ ਲੱਗਦਾ ਕਮੇਟੀ ਅੱਗੇ ਪੇਸ਼ ਹੋਣ ਨਾਲ ਹੀ ਬੰਦਾ ਦੋਸ਼ੀ ਹੋ ਜਾਂਦਾ? ਜੇਕਰ ਚਲੋ ਮੈਂ ਇੱਕ ਉਦਾਹਰਨ ਲੈਣਾ, ਹਰਪਾਲ ਸਿੰਘ ਹੋਰਾਂ ਤੋਂ ਕੋਈ ਗਲਤੀ ਹੋ ਗਈ ਜਾਂ ਗਲਤੀ ਨਹੀਂ ਹੋਈ, ਪ੍ਰਚਾਰ ਕਰਨ ਦਾ ਕੋਈ ਤਰੀਕਾ ਗਲਤ ਹੋ ਗਿਆ, ਕਿਸੇ ਨੇ ਤੁਹਾਡੀ ਸ਼ਿਕਾਇਤ ਕਰਤੀ ਅਕਾਲ ਤਖਤ ਸਾਹਿਬ ਤੱਕ ਵੀ ਇਹ ਜੀ ਪ੍ਰਚਾਰ ਇਹਨਾਂ ਨੇ ਗਲਤ ਕੀਤਾ, ਤੇ ਸਿੰਘ ਸਾਹਿਬਾਨ ਨੇ ਤੁਹਾਨੂੰ ਦੋਸ਼ੀ ਨਹੀਂ ਠਹਿਰਾਇਆ, ਸਿੰਘ ਸਾਹਿਬਾਨ ਨੇ ਕਮੇਟੀ ਬਣਾਤੀ ਵੀ ਕਮੇਟੀ ਉਹਨਾਂ ਨਾਲ ਗੱਲ ਕਰੇ, ਉਹਨਾਂ ਦੇ ਵਿਚਾਰ ਲਵੇ, ਫਿਰ ਅਸੀਂ ਫੈਸਲਾ ਕਰਾਂਗੇ ਵੀ ਕੀ ਹੋਣਾ ਕੀ ਨਹੀਂ ਹੋਣਾ। ਵਿਚਾਰ 5 ਨੂੰ ਵੀ ਦੱਸੇ ਜਾ ਸਕਦੇ ਆ, ਵਿਚਾਰ 500 ਨੂੰ ਵੀ ਦੱਸੇ ਸਕਦੇ, 50,000 ਨੂੰ ਵੀ ਦੱਸੇ ਜਾ ਸਕਦੇ। ਨਹੀਂ, ਫਿਰ ਗਲਤ ਤਾਂ ਨਹੀਂ ਹੈ ਵਿਚਾਰ ਦੱਸਣ 'ਚ ਤੇ ਕੋਈ ਬੁਰਾਈ ਨਹੀਂ ਹੈ ਜੀ। ਉਹਦੇ ਲਈ ਜਗ੍ਹਾ ਡਿਸੀਜਨ ਤੁਸੀਂ ਕਿਤੇ ਵੀ ਕਰ ਸਕਦੇ ਹੋ, ਦੋਸ਼ੀਆਂ ਵਾਂਗ ਨਹੀਂ ਹੈ। ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨ 'ਚ ਮੈਨੂੰ ਤੇ ਲੱਗਦਾ ਕੋਈ ਬੁਰਾਈ ਨਹੀਂ ਹੈ। ਬੁਰਾਈ ਨਹੀਂ, ਠੀਕ ਹੈ। ਤਲਵਿੰਦਰ, ਮੈਂ ਇਸੇ ਗੱਲ ਨੂੰ ਅੱਗੇ ਤੁਹਾਡੇ ਤੋਂ ਲੈ ਕੇ ਜਾਵਾਂਗਾ। ਜਿਵੇਂ ਮੈਂ ਪਹਿਲਾਂ ਕਿਹਾ ਕਿ ਇੱਕ ਧਿਰ ਦੇ ਮਨ ਦੇ ਵਿੱਚ ਜਦੋਂ ਇਹ ਗੱਲ ਘਰ ਕਰ ਜੇ ਕਿ ਇਹਨਾਂ ਨੇ ਮੈਨੂੰ ਗਲਤ ਹੀ ਸਾਬਤ ਕਰਨਾ, ਮੈਂ ਅੱਗੇ ਪੇਸ਼ ਨਹੀਂ ਹੋਣਾ, ਪਰ ਦੂਜਾ ਤਰਕੇ ਉਹ ਕਮੇਟੀ ਦੇ ਮਨ ਦੇ ਵਿੱਚ ਇਹ ਆਵੇ ਕਿ ਇਹ ਗਲਤ ਹੈ, ਇਸ ਕਰਕੇ ਸਾਡੇ ਸਾਹਮਣੇ ਪੇਸ਼ ਨਹੀਂ ਹੋ ਰਿਹਾ, ਕਿਉਂਕਿ ਇਹਨੂੰ ਪਤਾ ਕਿ ਇਹਨੇ ਗਲਤੀ ਕੀਤੀ ਹੈ ਤੇ ਹੁਣ ਉਹ ਇਸੇ ਕਰਕੇ ਸਾਡੇ ਸਾਹਮਣੇ ਪੇਸ਼ ਨਹੀਂ ਹੋ ਰਿਹਾ, ਕਿਉਂਕਿ ਸੱਚਾਈ ਬਾਹਰ ਆ ਜਾਣੀ। ਇਹ ਦੋਵੇਂ ਤਰ੍ਹਾਂ ਨੂੰ ਕਿੱਥੇ ਸਟੈਂਡ ਤੁਸੀਂ ਸਹੀ ਮੰਨਦੇ ਹੋ? ਦੇਖੋ ਜੀ, ਇੱਕ ਹੁੰਦੀਆਂ ਸੰਸਥਾਵਾਂ, ਇੱਕ ਹੁੰਦੀਆਂ ਸੰਸਥਾਵਾਂ ਨੂੰ ਚਲਾਉਣ ਵਾਲੇ। ਚਲਾਉਣ ਵਾਲਿਆਂ ਦੇ ਵਿੱਚ ਸਮੇਂ ਦੇ ਨਾਲ ਕਮਜ਼ੋਰੀਆਂ ਖਾਮੀਆਂ ਆ ਸਕਦੀਆਂ, ਪਰ ਅਸੀਂ ਸੰਸਥਾਵਾਂ ਜਿਹੜੀਆਂ ਸਾਡੀਆਂ ਨੇ ਉਹ ਸੰਸਥਾਵਾਂ ਉੱਥੇ ਹੀ ਖੜੀਆਂ ਰਹਿੰਦੀਆਂ, ਸਿਧਾਂਤ ਉੱਥੇ ਹੀ ਖੜੇ ਰਹਿੰਦੇ ਆ। ਸੋ ਜਿਹੜਾ ਢੱਡਰੀਆਂ ਵਾਲਿਆਂ ਦਾ ਮਸਲਾ ਆ, ਉਹਦੇ ਵਿੱਚ ਜਦੋਂ ਤੱਕ ਤੇ ਉਹ ਸੰਸਥਾਵਾਂ ਨੂੰ ਚਲਾਉਣ ਵਾਲਿਆਂ ਤੇ ਉਹਨਾਂ ਦੀਆਂ ਕਮਜ਼ੋਰੀਆਂ ਕਹਿ ਲਓ ਜਾਂ ਉਹ ਸਹੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ, ਉਹਦੇ ਤੇ ਗੱਲ ਕਰਦੇ ਸੀ ਤਾਂ ਉਹ ਜਾਇਜ਼ ਸੀ। ਪਰ ਜਦੋਂ ਸੰਸਥਾਵਾਂ ਤੇ ਹੀ ਕੁਹਾੜਾ ਚਲਾਉਣ ਲੱਗ ਪਏ ਆ ਤਾਂ ਉਹ ਮੈਨੂੰ ਲੱਗਦਾ ਕਿਤੇ ਉਹ ਬਰਦਾਸ਼ਤਯੋਗ ਨਹੀਂ ਆ। ਇੱਕ ਗੱਲ ਮੈਂ ਕਰਨੀ ਚਾਹਾਂਗਾ, ਜਿਵੇਂ ਗਿਆਨੀ ਜੀ ਨੇ ਕਿਹਾ ਕਲਾਵਾ ਤਾਂ ਬਹੁਤ ਵੱਡਾ ਚਾਹੀਦਾ, ਪਰ ਪੰਥ ਦੇ ਵਿੱਚ ਕੁਝ ਪਰੰਪਰਾਵਾਂ, ਕੁਝ ਮਰਿਆਦਾਵਾਂ ਵੀ ਨੇ
ਜੇ ਰਾਮ ਰਾਏ ਨੂੰ ਗੁਰੂ ਸਾਹਿਬ ਨੇ ਕਿਹਾ ਕਿ ਮੇਰੇ ਮੱਥੇ ਨਾ ਲੱਗੀ ਸਾਰੀ ਉਮਰ, ਤਾਂ ਉਹ ਗੁਰੂ ਸਾਹਿਬ ਉਹਨੂੰ ਵੀ ਕਲਾਵੇ 'ਚ ਲੈ ਸਕਦੇ ਸੀ। ਕੁਝ ਇਹੋ ਜਿਹੀਆਂ ਗਲਤੀਆਂ ਜਦੋਂ ਤੁਸੀਂ ਗੁਰਬਾਣੀ ਦੇ ਉੱਤੇ ਜਦੋਂ ਤੁਸੀਂ ਨਹੀਂ, ਫਿਰ ਇਹਨਾਂ ਨੇ ਕਿਹਾ ਨਾ ਇਹ ਗੱਲ ਵੀ ਜੇ ਬਜਰ ਕੁਰੈਤਾ ਨੂੰ ਤਾਂ ਨਹੀਂ ਕਬੂਲ ਕੀਤਾ ਜਾ ਸਕਦਾ, ਪਰ ਜੇ ਛੋਟੀਆਂ-ਮੋਟੀਆਂ ਕੋਈ ਇਤਿਹਾਸ ਗਲਤੀਆਂ ਹੋ ਜਾਣ ਦੇਖੋ, ਤਾਂ ਉਹਨਾਂ ਨੂੰ ਤੁਸੀਂ ਲੈ ਸਕਦੇ ਨਾ। ਸਾਡਾ ਇਤਿਹਾਸ ਕਹਿੰਦਾ ਕਿ ਰਾਮ ਰਾਏ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਿਰ ਆਪ ਮਿਲਦੇ ਆ, ਫਿਰ ਹਾਂਜੀ ਉਹਦੀ ਘਰੇਲੂ ਮਦਦ ਵੀ ਕਰਦੇ ਆ ਮਹਾਰਾਜ ਪੰਜਾਬ ਕੌਰ ਦੀ ਜਾ ਕੇ। ਤਾਂ ਗੁਰੂ ਸਾਹਿਬ ਜੀ ਜਦੋਂ ਰਾਮ ਰਾਏ ਨੂੰ ਵੀ ਇੱਕ ਕਹਿੰਦੇ ਵੀ ਅਹਿਸਾਸ ਹੋ ਗਿਆ, ਵੱਡੇ ਕਲਾਵੇ ਹੋ ਗਿਆ ਸੀ, ਉਦੋਂ ਅਹਿਸਾਸ ਹੋ ਗਿਆ ਸੀ ਨਾ ਉਹਨੂੰ, ਬੇੜੀ ਦੇ ਵਿੱਚ ਸਵਾਰ ਹੋ ਕੇ ਗੱਲ। ਹਾਲਾਂਕਿ ਜਿਹੜੇ ਉਹ ਨਿਆਈ ਹੁੰਦੇ ਨੇ ਨਾ, ਉਹ ਮਹਾਰਾਜ ਵਾਲੇ ਪਾਸੇ ਮੂੰਹ ਨਹੀਂ ਕਰਦੇ, ਉਹ ਪਿੱਠ ਕਰਕੇ ਜਦੋਂ ਇਤਿਹਾਸ 'ਚ ਜੋ ਆਉਂਦਾ ਵੀ ਉਹ ਪਿੱਠ ਕਰਕੇ ਰਾਮ ਰਾਏ ਮਿਲ ਰਿਹਾ ਗੁਰੂ ਸਾਹਿਬ ਨੂੰ, ਤੇ ਗੁਰੂ ਸਾਹਿਬ ਦੇ ਸਿੱਖ ਗੁਰੂ ਸਾਹਿਬ ਵੱਲ ਮੁੱਖ ਕਰਕੇ ਖੜੇ ਆ, ਤੇ ਰਾਮ ਰਾਏ ਦੇ ਨਿਆਈ ਜਿਹੜੇ ਉਹ ਪਿੱਠ ਕਰਕੇ ਖੜੇ ਹੋ ਗਏ। ਤੇ ਮਹਾਰਾਜ ਵੱਲੋਂ ਐਸੀ ਕੋਈ ਗੱਲ ਨਹੀਂ ਸੀ। ਸਤਿਗੁਰੂ ਜੀ ਨੇ ਜਾ ਕੇ ਉਹਨਾਂ ਨੂੰ ਫਿਰ ਕਿਹਾ, ਗੱਲ ਇਹ ਹੈ ਨਾ ਕਿ ਉਹ ਜਿਹੜਾ ਦੂਸਰੀ ਧਿਰ ਆ ਉਹਦੇ ਅੰਦਰ ਵੀ ਤੇ ਕੁਝ ਅਹਿਸਾਸ ਗੱਲ ਨਾਲ ਲੱਗਣ ਦਾ ਹੋਵੇ। ਹੁਣ ਅਸੀਂ ਇੱਕ ਮਿਸਾਲ ਲੈਨੇ ਆ ਕਿ ਜੱਸਾ ਸਿੰਘ ਰਾਮਗੜੀਆ ਨੂੰ ਪੰਥ ਚੋਂ ਛੇਕ ਦਿੱਤਾ ਗਿਆ ਸੀ ਧੀ ਨੂੰ ਕਤਲ ਕਰਨ ਦੇ ਦੋਸ਼ 'ਚ। ਤਾਂ ਜਦੋਂ ਰਾਮ ਰੌਣੀ ਦੀ ਜੰਗ ਹੋਈ ਤਾਂ ਉਦੋਂ ਪਹਿਲਾਂ ਉਹ ਮੁਗਲ ਹਕੂਮਤ ਵੱਲੋਂ ਆਪਣੇ ਸਾਥੀਆਂ ਸਮੇਤ ਲੜਿਆ ਸੀ, ਜਲੰਧਰ ਦਾ ਜੋ ਸੂਬੇਦਾਰ ਸੀਗਾ, ਠੀਕ ਹੈ। ਜਦੋਂ ਉਥੇ ਰਾਮ ਰੌਣੀ ਦੇ ਕਿਲੇ ਦੇ ਉੱਤੇ ਹਮਲਾ ਕਰਨ ਲੱਗੇ ਤਾਂ ਇਹਨੇ ਇੱਕ ਚਿੱਠੀ ਲਿਖ ਕੇ ਭੇਜੀ ਤੀਰ ਦੇ ਨਾਲ ਬੰਨ੍ਹ ਕੇ ਅੰਦਰ ਸਿੰਘਾਂ ਨੂੰ ਕਿ ਮੈਂ ਹੁਣ ਮੈਂ ਜੇ ਮਰਨਾ ਹੀ ਆ ਜੰਗ ਦੇ ਵਿੱਚ ਤਾਂ ਮੈਂ ਆਪਣੇ ਪੰਥ ਦੇ ਤਰਫੋਂ ਲੜ ਕੇ ਮਰਨਾ ਚਾਹੁੰਦਾ, ਸੋ ਮੇਰੇ ਗੁਨਾਹ ਜਿਹੜੇ ਆ ਉਹ ਬਖਸ਼ ਦਿੱਤੇ ਜਾਣ। ਤਾਂ ਸੋ ਪੰਥ ਨੇ ਫੈਸਲਾ ਕੀਤਾ ਤੇ ਉਹਨੂੰ ਗੱਲ ਨਾਲ ਲਾਇਆ, ਤੇ ਉਹ ਫਿਰ ਜਦੋਂ ਰਾਮ ਰੌਣੀ ਦੀ ਜੰਗ ਦੇ ਵਿੱਚ ਸਿੱਖਾਂ ਦੀ ਤਰਫੋਂ ਮੁਗਲਾਂ ਦੇ ਨਾਲ ਲੜਿਆ। ਸੋ ਇਦਾਂ ਦੀਆਂ ਬੇਅੰਤ ਭਾਵਨਾ ਵੀ ਤਾਂ ਹੋਵੇ। ਗੱਲ ਇਹ ਕਿ ਜਦੋਂ ਜਿਹੜੀ ਢੱਡਰੀਆਂ ਵਾਲਿਆਂ ਦੇ ਮਸਲੇ ਦੀ ਗੱਲ ਆ ਕਿ ਜਦੋਂ 5 ਮੈਂਬਰੀ ਕਮੇਟੀ ਬਣਾਈ ਆ, ਕਮੇਟੀ ਨੇ ਤੇ ਫਿਲਹਾਲ ਉਹਨਾਂ ਨੂੰ ਕੋਈ ਜਿਹੜਾ ਦੋਸ਼ੀ ਨਹੀਂ ਠਹਿਰਾਇਆ। ਗੱਲਬਾਤ ਦੇਖੋ, ਗੁਰੂ ਸਾਹਿਬ ਵੀ ਕਹਿੰਦੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ। ਹਾਂਜੀ, ਤੇ ਜਦੋਂ ਤੱਕ ਤੁਸੀਂ ਜੇਕਰ ਤੁਹਾਡੇ ਅੰਦਰ ਜਿਵੇਂ ਸਿੰਘ ਸਾਹਿਬ ਨੇ ਕਿਹਾ ਕਿ ਤਰਕ ਦੀ ਗੱਲ, ਕਿ ਜਦੋਂ ਤੱਕ ਤਰਕ ਜਦੋਂ ਜਿਗਿਆਸਾ ਵਾਲਾ ਹੋਵੇ ਤਾਂ ਉਹ ਠੀਕ ਆ, ਜਦੋਂ ਤਰਕ ਤੁਹਾਡੇ ਅੰਦਰ ਕਿਸੇ ਹੁਜਤ ਲਈ ਕਿਸੇ ਸ਼ਰਾਰਤ ਲਈ ਹੋਵੇ ਮਾੜੀ ਨੀਅਤ ਨਾਲ, ਤਾਂ ਉਹ ਫਿਰ ਖਤਰਨਾਕ ਹੈ। ਸੋ ਇਹੀ ਗੱਲ ਹੈ, ਜਦੋਂ ਤੁਸੀਂ ਤੁਹਾਡੇ ਅੰਦਰ ਨੀਅਤ ਸਾਫ਼ ਹੈ ਤਾਂ ਫਿਰ ਤੁਹਾਨੂੰ ਕਿਸੇ ਦੇ ਸਾਹਮਣੇ ਵੀ ਜਾਣ ਦੇ ਵਿੱਚ ਕੋਈ ਹਰਜ ਨਹੀਂ ਹੋਣਾ ਚਾਹੀਦਾ। ਠੀਕ ਹੈ, ਹੁਣ ਮੈਂ ਅੱਗੇ ਥੋੜੀ ਜਿਹੀ ਚਰਚਾ ਨੂੰ ਤੋਰਦਾ, ਓਵਰਆਲ ਲੈਂਦਾ ਮੈਂ ਗਿਆਨੀ ਹਰਪਾਲ ਸਿੰਘ ਜੀ। ਪ੍ਰਚਾਰ ਕਰਨ ਦੇ ਤਰੀਕਿਆਂ ਤੇ ਬੜੇ ਸਵਾਲ ਚੁੱਕੇ ਜਾਂਦੇ ਨੇ ਕਿ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੁਹਾਡੇ ਪ੍ਰਚਾਰ ਕਰਨ ਦਾ ਤਰੀਕਾ ਕੀ ਹੋਣਾ ਚਾਹੀਦਾ। ਬੜੇ ਸਾਰੇ ਸਵਾਲ ਢੱਡਰੀਆਂ ਵਾਲੇ ਜਾਂ ਹੋਰ ਦੂਜੇ ਤੀਜਾਂ ਤੇ ਵੀ ਚੁੱਕੇ ਜਾਂਦੇ ਨੇ ਕਿ ਗੁਰੂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਤਾਂ ਉੱਥੇ ਕਹਾਣੀਆਂ ਸੁਣਾਈਆਂ ਜਾਂਦੀਆਂ, ਉੱਥੇ ਇਦਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਜਿਹੜੀਆਂ ਸੱਥਾਂ ਦੇ ਵਿੱਚ ਕੀਤੀਆਂ ਜਾਂਦੀਆਂ, ਇਦਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਜਿਵੇਂ ਯਾਰ ਦੋਸਤ ਬੈਠ ਕੇ ਗੱਲਾਂ ਕਰਦੇ ਨੇ। ਕੀ ਅਜਿਹਾ ਲੱਗਦਾ ਕਿ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੱਚੀ ਬਾਣੀ ਵੀ ਪ੍ਰਚਾਰ ਕੀਤੀ ਜਾਂਦੀ ਹੈ? ਸਿਰਫ ਗੁਰੂ ਦੀ ਗੱਲ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਹੋਵੇ, ਗੁਰਬਾਣੀ ਦੀ ਗੱਲ ਹੋਵੇ, ਗੁਰੂ ਆਸ਼ੇ ਦੀ ਗੱਲ ਹੋਵੇ, ਅਸੀਂ ਕਿਉਂ ਦੂਜੇ ਤੀਜੇ ਨੂੰ ਇੱਧਰ ਲੈ ਲੈਂਦੇ ਹਾਂ? ਅਸੀਂ ਹੁਣ ਸੋਸ਼ਲ ਮੀਡੀਆ ਤੇ ਨੀਲੇ ਪੀਲੇ ਦੇ ਪ੍ਰਚਾਰਕਾਂ ਦੀ ਵੀ ਅਸੀਂ ਦੇਖ ਰਹੇ ਹਾਂ ਕਿ ਕਿੱਦਾਂ ਦੀਆਂ ਉਹ ਗੱਲਾਂ ਕਰਦੇ ਨੇ। ਲੋਕ ਹੱਸਦੇ ਨੇ, ਲੋਕ ਦੇਖਦੇ ਨੇ, ਲੋਕਾਂ ਨੂੰ ਇੱਕ ਇੰਜੋਇਮੈਂਟ ਦਾ ਸਾਧਨ ਲੱਗਦਾ ਜਿਵੇਂ ਕਿ ਉਹ ਮਿਲ ਗਿਆ, ਐਂਟਰਟੇਨਮੈਂਟ ਦਾ ਇੱਕ ਸਾਧਨ ਮਿਲ ਗਿਆ। ਕੀ ਅਸੀਂ ਐਡੇ ਨਿੱਗਰ ਹੁੰਦੇ ਜਾ ਰਹੇ ਹਾਂ ਕਿ ਅਸੀਂ ਹੁਣ ਇੱਕ ਐਂਟਰਟੇਨਮੈਂਟ ਦਾ ਸਰੋਤ ਬਣ ਕੇ ਰਹਿ ਗਏ ਹਾਂ ਪ੍ਰਚਾਰਕ? ਇਹ ਪ੍ਰਚਾਰ ਕਰਨ ਦਾ ਜਿਹੜਾ ਜ਼ਰੀਆ ਹੈ ਵੇਖੋ ਆਪੋ ਆਪਣਾ ਹੈ। ਪਹਿਲੀ ਗੱਲ ਤੇ ਇਹ ਹੈ ਵੀ ਪ੍ਰਚਾਰ ਨੂੰ ਮਾਡਰਨ ਪੈਟਰਨ ਦੇ ਉੱਤੇ ਵੀ ਸਾਨੂੰ ਲਿਆਉਣ ਦੀ ਲੋੜ ਹੈ ਨਾ। ਯੂਥ ਨੂੰ ਇਹਨੂੰ ਛੱਡਿਆ ਨਹੀਂ ਜਾ ਸਕਦਾ, ਪਰ ਇਹਦਾ ਰੂਪ ਬਦਲਿਆ ਜਾ ਸਕਦਾ। ਨਗਰ ਕੀਰਤਨ ਕੱਢਣੇ, ਕੀਰਤਨ ਦਰਬਾਰ ਕਰਵਾਉਣੇ, ਇਹ ਵੀ ਇੱਕ ਹਿੱਸਾ ਆ। ਪਰ ਇਹਦੇ ਤੋਂ ਅੱਗੇ ਜੋ ਯੂਥ ਚਾਹੁੰਦਾ ਹੈ ਫੇਸ ਟੂ ਫੇਸ, ਮੈਂ ਬੈਲੇਵਲ ਇੱਕ ਜਗ੍ਹਾ ਹੈ, ਉੱਥੇ ਗੁਰਦੁਆਰਾ ਸਾਹਿਬ ਨਹੀਂ ਹੈ ਕੈਨੇਡਾ ਦੇ, 650 ਤੋਂ 700 ਨੌਜਵਾਨ ਉੱਥੇ ਇਕੱਠੇ ਹੁੰਦੇ ਆ ਇੱਕ ਹਾਲ ਕਿਰਾਏ ਤੇ ਲੈ ਕੇ, ਤੇ ਉਹਨਾਂ ਨਾਲ ਫੇਸ ਟੂ ਫੇਸ ਗੱਲ ਕਰੀਦਾ। ਔਰ ਉਨੀ ਆਊਟਪੁੱਟ ਗੁਰਦੁਆਰਿਆਂ ਦੇ ਜਿਹੜੀ ਸੀ ਉਹ ਬਜ਼ੁਰਗਾਂ ਨੇ ਕਥਾ ਸੁਣ ਕੇ ਨਹੀਂ ਕੱਢੀ ਜਿੰਨੀ ਉਹ ਬੱਚਿਆਂ ਨਾਲ ਫੇਸ ਟੂ ਫੇਸ ਗੱਲ, ਉਹਨਾਂ ਨੂੰ ਮੌਕਾ ਮਿਲਿਆ ਸਵਾਲਾਂ ਦੇ ਜਵਾਬ ਜੇ ਕਰਨ ਦਾ, ਤੇ ਉਹਨਾਂ ਨੂੰ ਇਦਾਂ ਲੱਗਿਆ ਵੀ ਜਿਵੇਂ ਆਪਣੇਪਨ ਨਾਲ ਜੁੜਦੇ ਆ। ਸੋ ਗੱਲ ਫਿਰ ਉੱਥੇ ਆਉਂਦੀ ਆ ਸੁਹਿਰਦ ਸੋਚ ਨਾਲ, ਗੈਰ ਗੰਭੀਰਤਾ ਨਾਲ, ਸੰਜੀਦਗੀ ਦੇ ਨਾਲ। ਜਦੋਂ ਅਸੀਂ ਗੁਰੂ ਦੀ ਗੱਲ ਨੂੰ ਚੰਗੀ ਭਾਵਨਾ ਨਾਲ ਲੋਕਾਂ ਤੱਕ ਪਹੁੰਚਾਉਂਦੇ ਹਾਂ ਤੇ ਉਹਦਾ ਜਿਹੜਾ ਮਾਡਰਨ ਈਡੀਅਮ ਹੋਵੇ ਤਾਂ ਵੀ ਕੋਈ ਬੁਰੀ ਗੱਲ ਨਹੀਂ ਹੈ। ਪਰ ਦੂਸਰੀ ਗੱਲ ਇਹ ਹੈ ਵੀ ਜੋ ਸਿੱਖ ਰਹਿਤ ਮਰਜ਼ਾਦਾ 'ਚ ਲਿਖਿਆ ਵੀ ਮਕਸਦ ਕੀ ਹੈ। ਕਿਸੇ ਦੂਸਰੇ ਗ੍ਰੰਥਾਂ ਦੇ ਹਵਾਲੇ ਦਿੱਤੇ ਜਾ ਸਕਦੇ ਆ। ਅਸੀਂ ਕਈ ਵਾਰੀ ਕਈ ਕਵੀਆਂ ਦੀ ਕਵਿਤਾ ਜਿਹੜੀ ਆ ਉਹ ਕਥਾ ਕਰਦੇ ਆ, ਜਿਹੜੀ ਆ ਉਹ ਐਗਜ਼ਾਮਪਲ ਵਜੋਂ ਮਸਕੀਨ ਸਾਹਿਬ ਜੀ ਬਹੁਤ ਸ਼ੇਰ ਬੋਲਦੇ ਹੁੰਦੇ ਸੀ, ਬਿਲਕੁਲ, ਤਾਂ ਉਹਨੂੰ ਬੋਲਿਆ ਜਾ ਸਕਦਾ, ਪਰ ਉਹਨੂੰ ਇੱਕ ਖਿੱਲੀ ਉਡਾਉਣ ਵਾਸਤੇ ਨਹੀਂ, ਕਿਸੇ ਦੀ ਹੇਠੀ ਕਰਨ ਵਾਸਤੇ। ਚਲੋ ਇੱਕ ਮਿੰਟ ਰੁਕੋ, ਮੈਂ ਇਸੇ ਗੱਲ ਤੇ ਹੀ ਆਪਾਂ ਚਰਚਾ ਨੂੰ ਅੱਗੇ ਵਧਾਉਂਦੇ ਹਾਂ। ਤੁਹਾਨੂੰ ਮੈਂ ਵੀਡੀਓ ਕਲਿੱਪ ਦਿਖਾਣਾ ਜਿਹੜੇ ਤੁਸੀਂ ਕਹੇ ਕਿ ਵੱਖੋ ਵੱਖ ਢੰਗ ਤਰੀਕੇ ਦੇ ਨਾਲ ਅਸੀਂ ਹਵਾਲੇ ਵੀ ਲੈ ਸਕਦੇ ਹਾਂ,
ਕਵੀਆਂ ਦੀ ਕੋਈ ਕਵਿਤਾਵਾਂ ਵੀ ਲੈ ਸਕਦੇ ਹਾਂ। ਮੈਂ ਜੋ ਹੁਣ ਤੁਹਾਨੂੰ ਦਿਖਾਉਣ ਜਾ ਰਿਹਾ ਕਿ ਉਹ ਪ੍ਰਚਾਰ ਦਾ ਸਹੀ ਤਰੀਕਾ ਹੈ, ਇਹ ਵੀਡੀਓ ਦੇਖਦੇ ਹਾਂ ਆਪਾਂ। ਅਸੀਂ ਕਿਹੜਾ ਕਿਸੇ ਗੱਲੋਂ ਕਾਣੇ ਜਥੇਦਾਰ, ਅਸੀਂ ਕਿਹੜਾ ਕਿਸੇ ਗੱਲੋਂ ਕਾਣੇ ਜਥੇਦਾਰ ਜੀ, ਅਸੀਂ ਕਿਹੜਾ ਕਿਸੇ ਗੱਲੋਂ ਕਾਣੇ ਜਥੇਦਾਰ ਜੀ। ਅੱਗੇ ਤੁਸੀਂ ਆਪ ਹੀ ਸਿਆਣੇ ਜਥੇਦਾਰ, ਉਹ ਅੱਗੇ ਤੁਸੀਂ ਆਪ ਹੀ ਸਿਆਣੇ ਜਥੇਦਾਰ, ਅਸੀਂ ਕਿਹੜਾ ਕਿਸੇ ਗੱਲੋਂ ਕਾਣੇ ਜਥੇਦਾਰ। ਬਣੀਏ ਗੁਲਾਮ ਇਹਨੇ ਕਿਹੜੇ ਜੱਬ ਪਏ ਨੇ, ਬਣੀਏ ਗੁਲਾਮ ਇਹਨੇ ਕਿਹੜੇ ਜੱਬ ਪਏ ਨੇ, ਬਣੀਏ ਗੁਲਾਮ ਇਹਨੇ ਕਿਹੜੇ ਜੱਬ ਪਏ ਨੇ, ਬਣੀਏ ਗੁਲਾਮ ਇਹਨੇ ਕਿਹੜੇ ਜੱਬ ਪਏ ਨੇ। ਅਸੀਂ ਕਿਹੜਾ ਰੁਤਬੇ ਖੈਰਾਤ ਵਿੱਚ ਲਏ ਨੇ, ਅਸੀਂ ਕਿਹੜਾ ਰੁਤਬੇ ਖੈਰਾਤ ਵਿੱਚ ਲਏ ਨੇ। ਉਹ ਸਾਨੂੰ ਤਨਖਾਹ ਤੇ ਰੱਖਿਆ ਕਿਸੇ ਨੇ, ਨੌਕਰੀ ਦਿੱਤੀ ਹੈ। ਵਾਹ ਵਾਹ। ਸੋ ਹੁਣ ਇਸ ਤਰੀਕੇ ਨੂੰ ਤੁਸੀਂ ਕੀ ਕਹੋਗੇ? ਮਤਲਬ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਮੈਂ ਜਦੋਂ ਪੜ੍ਹਦਾ ਹੁੰਦਾ ਸੀ ਤਾਂ ਇੱਕ ਸਿੱਠਣੀਆਂ ਹੁੰਦੀਆਂ ਸੀਗੀਆਂ, ਉਹ ਸਿੱਠਣੀਆਂ ਦੀ ਪਰਿਭਾਸ਼ਾ ਔਰ ਸਿੱਠਣੀਆਂ ਦੀ ਬੋਲਚਾਲ ਦਾ ਤਰੀਕਾ ਲਗਭਗ ਐਵੇਂ ਦਾ ਹੀ ਸੀ। ਇਹ ਪ੍ਰਚਾਰ ਦਾ ਤਰੀਕਾ ਠੀਕ ਹੈ? ਉਸ ਤੋਂ ਬਾਅਦ ਆਪ ਤਾਂ ਕਰ ਹੀ ਰਹੇ ਨੇ ਤੇ ਸੰਗਤ ਵੀ ਨਾਲ ਉਸੇ ਤਰ੍ਹਾਂ ਦੀ ਭਾਸ਼ਾ ਬੋਲ ਰਹੀ ਹੈ। ਤੁਸੀਂ ਆਪਣੇ ਮਨ ਦੇ ਵਿੱਚ, ਤੁਹਾਡੇ ਮਨ ਦੇ ਵਿੱਚ, ਮੇਰੇ ਮਨ ਦੇ ਵਿੱਚ ਤੁਹਾਡੇ ਪ੍ਰਤੀ ਕੋਈ ਰੰਜਿਸ਼ ਹੋਏਗੀ, ਪਰ ਮੇਰਾ ਕੀ ਇਹ ਫਰਜ਼ ਬਣਦਾ ਕਿ ਮੈਂ ਇਹਨਾਂ ਨੂੰ ਵੀ ਕਹਾਂ ਕਿ ਤੁਸੀਂ ਵੀ ਰੰਜਿਸ਼ ਰੱਖੋ ਇਹਨਾਂ ਦੇ ਖਿਲਾਫ। ਵਾਰਤਕ ਰੂਪ ਚ ਅਗਰ ਅਸੀਂ ਇਹ ਬਚਨ ਕਹਿੰਦੇ ਆ ਵੀ ਅਸੀਂ ਕਾਣੇ ਨਹੀਂ ਆ ਤੇ ਬੜੀ ਸੂਰਮ ਗਤੀ ਆ, ਫਿਰ ਤੇ ਜਿਹੜੀ ਪੰਜਾਬੀ ਵਾਲੀ ਸਿੱਧੀ ਗੱਲ ਆ ਵੀ ਬੰਦਾ ਹਿੱਕ ਚ ਵੱਜਦਾ ਵੀ ਮੈਂ ਕਿਸੇ ਗੱਲੋਂ ਕਾਣਾ ਨਹੀਂ ਆ ਤੇ ਆਓ ਜਿੱਥੇ ਮਰਜੀ ਮੇਰੇ ਨਾਲ ਤੁਸੀਂ ਨਿੱਤਰੋ, ਹਨ। ਉਸ ਉੱਥੋਂ ਤੱਕ ਤੇ ਇਹ ਗੱਲ ਜਿਹੜੀ ਉਹ ਬਹੁਤ ਵਧੀਆ, ਜੇ ਆਪਾਂ ਵਾਰਤਕ ਚ ਵੀ ਕਹਿ ਲਈ, ਚਲੋ ਗਾਉਣ ਵਾਲਾ ਪਾਸਾ ਛੱਡ ਦਈਏ। ਦੂਜੀ ਗੱਲ ਖੈਰਾਤ, ਸੱਚੀ ਗੱਲ ਇਹ ਆ ਵੀ ਇਹ ਬਾਕੀ ਸੰਗਤ ਤੋਂ ਇੱਕ ਗੱਦਾ ਉੱਪਰ ਵੀ ਬੈਠਣਾ ਵੀ ਖੈਰਾਤ ਹੀ ਆ, ਪੰਥ ਦੀ ਤੇ ਗੁਰੂ ਗ੍ਰੰਥ ਦੀ। ਇਹ ਸੱਚੀ ਮੁੱਚੀ ਖੈਰਾਤ ਹੀ ਹੈ। ਜੇ ਉਹ ਬਖਸ਼ਿਸ਼ ਨਾ ਕਰਦੇ ਤੇ ਸਾਡੇ ਵਰਗੇ ਜਿਹੜੇ ਨਾਲ ਪੜ੍ਹਦੇ ਟ੍ਰਿਪਲ MA ਕੀਤੇ, PhDਆਂ ਕੀਤੀਆਂ ਬੰਦੇ ਉਹ ਧੱਕੇ ਖਾ ਰਹੇ। ਇਹ ਖੈਰਾਤ ਹੀ ਹੈ, ਕੋਈ ਐਸੀ ਈਗੋ ਨਹੀਂ ਹੈ। ਤੀਸਰੀ ਗੱਲ ਕਿ ਮੈਂ ਮਤਲਬ ਇਹ ਨਹੀਂ ਕਰ ਰਿਹਾ ਵੀ ਕਿਸੇ ਦਾ ਮੈਂ ਵਿਰੋਧ ਕਰਦਾ, ਪਰ ਤਨਖਾਹ ਲੈਣੀ ਅੱਜ ਨਿਸ਼ਕਾਮ ਦੇ ਨਾਂ ਉੱਤੇ ਇੱਕ ਬਹੁਤ ਵੱਡਾ ਬਿਜ਼ਨਸ ਹੋ ਰਿਹਾ। ਨਿਸ਼ਕਾਮ ਕੀਰਤਨੀਏ, ਨਿਸ਼ਕਾਮ ਕਥਾਵਾਚਕ, ਪੈਸਾ ਨਹੀਂ ਚੜਦਾ ਜੀ ਇੱਥੇ ਸਾਡੇ ਬਾਬਾ ਜੀ ਦੇ। ਉਹ ਗੱਡੀਆਂ ਕਿੱਥੋਂ ਆ ਰਹੀਆਂ ਨੇ, ਉਹ ਚੋਲੇ ਕਿੱਥੋਂ ਆ ਰਹੇ ਆ, ਉਹ ਮਹਿਲ ਕਿੱਥੋਂ ਬਣ ਰਹੇ ਆ। ਇਹਦੇ ਨਾਲ ਤੇ ਬਿਹਤਰ ਹੈ ਕਿ ਮੈਂ ਟੁੱਕਿਆ ਹੋਇਆ ਵੀ ਮੈਨੂੰ 20,000 30,000 ਸ਼੍ਰੋਮਣੀ ਕਮੇਟੀ ਤਨਖਾਹ ਦਿੰਦੀ ਹੈ ਤੇ ਮੈਂ ਸੁਰਖਰੂ ਹਾਂ ਜੀ, ਮੈਂ ਕੌਮ ਦੀ ਗੋਲਕ ਚੋਂ ਹੀ ਲੈ ਰਿਹਾ, ਉਹ ਵੀ ਕੌਮ ਦਾ ਹੀ ਚਾੜਿਆ ਹੋਇਆ ਲੈ ਰਿਹਾ, ਤੇ ਜੇ ਲਿਫਾਫੇ ਰਾਹੀਂ ਲੈ ਰਿਹਾ ਤੇ ਉਹ ਵੀ ਕੌਮ ਦਾ ਹੀ ਚਾੜਿਆ ਹੋਇਆ ਲੈ ਰਿਹਾ। ਹੈ ਉਹਦੀ ਦਾਤ ਹੀ ਹੈ, ਉਹ ਭਾਵੇਂ ਤਨਖਾਹ ਰੂਪ ਚ ਲੈ ਲਵਾਂ ਤੇ ਭਾਵੇਂ ਬਾਈਪਾਸ ਕਰਕੇ ਲੈਵਾਂ। ਉਹਦੇ ਨਾਲ ਬਿਹਤਰ ਇਹ ਹੈ ਕਿ ਕਲੀਅਰ ਹੈ ਕਿ ਮੈਨੂੰ ਇੰਨਾ ਮਹੀਨੇ ਦਾ ਮਿਲਣਾ ਤੇ ਮੈਂ ਬੋਝ ਨਹੀਂ ਬਣ ਰਿਹਾ ਕੌਮ ਦੇ ਉੱਤੇ, ਖਾ ਕੌਮ ਦਾ ਹੀ ਰਿਹਾ। ਪਰ ਵੱਡਾ ਸਵਾਲ ਖੜਾ ਹੁੰਦਾ ਹੈ, ਤੁਸੀਂ ਕਲੀਅਰ ਗੱਲ ਕਰਨ ਤੋਂ ਥੋੜਾ ਜਿਹਾ ਝਿਜਕ ਰਹੇ ਹੋ ਗਿਆਨੀ ਹਰਪਾਲ ਸਿੰਘ ਜੀ। ਮੈਂ ਫਿਰ ਦੁਬਾਰਾ ਸਵਾਲ ਕਰਦਾ ਕਿ ਇਹ ਪ੍ਰਚਾਰ ਦਾ ਤਰੀਕਾ ਠੀਕ ਹੈ? ਨਹੀਂ, ਇਹਦਾ ਮੇਰਾ ਜਥੇਦਾਰ ਸਾਹਿਬਾਨ ਦੇ ਪ੍ਰਤੀ ਨਜ਼ਰੀਆ ਹੋਰ ਹੋ ਸਕਦਾ ਹੈ, ਮੇਰੀ ਆਪਸੀ ਰੰਜਿਸ਼ ਹੋ ਸਕਦੀ ਹੈ ਕਿ ਮੈਨੂੰ ਇਹ ਹੱਕ ਹੈਗਾ ਕਿ ਜਿਹੜੀ ਸੰਗਤ 10,000 15,000 20,000 ਬੈਠੀ ਹੈ ਮੈਂ ਉਹਦੇ ਮੂੰਹੋਂ ਕਢਾਵਾਂ ਕਿ ਅਸੀਂ ਕਿਹੜਾ ਕਾਣੇ ਜਥੇਦਾਰ ਨਹੀਂ। ਇਹਦਾ 100% ਜਵਾਬ ਜਿਹੜਾ ਉਹ ਹਰਪਾਲ ਸਿੰਘ ਨਹੀਂ ਹੈ, ਇਹਦਾ 100% ਜਵਾਬ ਹੈ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ, ਜਿਹੜੀ ਕਿਸੇ ਨੂੰ ਵੀ ਅਧਿਕਾਰ ਨਹੀਂ। ਤੁਸੀਂ ਪੜ੍ਹੀ ਹੋਈ ਹੈ, ਤੁਸੀਂ ਦੱਸੋ ਉਸ ਰਹਿਤ ਮਰਿਆਦਾ ਦੇ ਵਿੱਚ ਕੱਲਾ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਹੀ ਨਹੀਂ, ਹਰੇਕ ਦਾ ਡੇਰਾ ਜਿਹੜਾ ਉਹ ਬਿਲਕੁਲ ਅਕਾਲ ਤਖਤ ਸਾਹਿਬ ਦਾ ਐਡਾ ਸ਼ਕਤੀਸ਼ਾਲੀ ਕੁੰਡਾ ਚਾਹੀਦਾ ਸੀ, ਜਿਹੜਾ ਆਪਾਂ ਨੂੰ ਮੰਨਣਾ ਪਏਗਾ ਵੀ ਪਿਛਲੇ ਲੰਬੇ ਸਮੇਂ ਤੋਂ ਉਹ ਕੁੰਡਾ ਜਿਹੜਾ ਸੀ ਨਹੀਂ ਉਸ ਤਰੀਕੇ ਦੇ ਨਾਲ ਰੋਲ ਨਿਭਾ ਸਕਿਆ। ਵੀ ਫਿਰ ਇਹ ਕਵਿਤਾਵਾਂ, ਇਹ ਗੀਤ, ਇਹ ਕਿਸੇ ਨੂੰ ਵੀ ਅਧਿਕਾਰ ਨਹੀਂ ਸੀ, ਕਿਉਂਕਿ ਉਹਦੇ ਚ ਬੜਾ ਸਪਸ਼ਟ ਹੈ ਵੀ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀ ਰਚਨਾ, ਗੁਰੂ ਸਾਹਿਬਾਨ ਜੀ ਦੀ ਰਚਨਾ, ਭਾਈ ਗੁਰਦਾਸ ਜੀ ਦੀ ਰਚਨਾ, ਇਹਦੇ ਤੋਂ ਬਾਹਰ ਗਾਇਆ ਨਹੀਂ ਜਾ ਸਕਦਾ। ਸੋ ਗਲਤੀਆਂ ਜਦੋਂ ਚਲਦੀਆਂ ਆਈਆਂ ਤੇ ਫਿਰ ਉਹ ਦਰਵਾਜ਼ੇ ਖੁੱਲ ਗਏ, ਹੈ ਨਾ ਜੀ। ਤਾਂ ਉਹ ਗਲਤੀਆਂ ਜਿਹੜੀਆਂ ਨੇ ਉਹ ਲਗਾਤਾਰ ਹਰ ਪੱਖ ਤੋਂ ਹੁੰਦੀਆਂ ਆ ਰਹੀਆਂ ਨੇ। ਇਹ ਵੀ ਬਿਲਕੁਲ ਮੈਨੂੰ ਕਹਿੰਦਾ ਵੀ ਉਸ ਪੱਖ ਤੋਂ ਜਦੋਂ ਵੇਖਦੇ ਆ ਹਰਪਾਲ ਸਿੰਘ ਦਾ ਫਾਈਨਲ ਨਹੀਂ ਹੈ, ਸਿੱਖ ਰਹਿਤ ਮਰਿਆਦਾ ਫਾਈਨਲ ਹੈ, 100% ਗਲਤ ਹੈ। ਹਾਂਜੀ ਬੁੱਟਰ ਸਾਹਿਬ, ਇਸ ਮੁਤਲਕ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਚਰਚਾ ਕੀਤੀ ਸੀ ਕਿ ਜਿਵੇਂ ਗਿਆਨੀ ਜੀ ਨੇ ਕਿਹਾ ਕਿ ਪ੍ਰਚਾਰ ਕਰਨ ਦੇ ਤਰੀਕੇ ਮਾਡਰਨ ਹੋਣੇ ਚਾਹੀਦੇ ਨੇ। ਅੱਜ ਦੀ ਯੂਥ ਹੈ ਜਿਹੜੀ ਬੜੇ ਸਾਰੇ ਸਵਾਲ ਤੁਹਾਨੂੰ ਪੁੱਛਦੀ ਹੈ ਤੇ ਸਵਾਲਾਂ ਦੇ ਜਵਾਬ ਤੁਹਾਨੂੰ ਦੇਣੇ ਪੈਣੇ ਨੇ ਮਾਡਰਨ ਟੈਕਨੀਕ ਦੇ ਨਾਲ। ਕੀ ਇਸ ਨੂੰ ਮਾਡਰਨ ਟੈਕਨੀਕ ਕਹਿੰਦੇ ਹੋ ਤੁਸੀਂ? ਦੇਖੋ, ਮੈਂ ਤੇ ਇਹਨੂੰ ਪ੍ਰਚਾਰ ਹੀ ਨਹੀਂ ਕਹਾਂਗਾ। ਜਿਵੇਂ ਗਿਆਨੀ ਜੀ ਨੇ ਪਹਿਲਾਂ ਗੱਲ ਕੀਤੀ ਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਪੰਥਕ ਰਹਿਤ ਮਰਿਆਦਾ ਉਹਦੇ ਚ ਸਪਸ਼ਟ ਹੀ ਇੱਕ ਲਾਈਨ ਖਿੱਚ ਦਿੱਤੀ ਗਈ ਆ ਕਿ ਗੁਰਬਾਣੀ, ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ,
ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੋਂ ਬਗੈਰ ਕੋਈ ਵੀ ਜਿਹੜੀਆਂ ਵਾ ਧੁਨੀਆਂ ਲਗਾਉਣੀਆਂ ਜਾਂ ਇਦਾਂ ਦੀਆਂ ਰੀਤਾਂ ਤੇ ਕੱਚੀਆਂ ਧਾਰਨਾਵਾਂ ਲਾਉਣੀਆਂ ਉਹ ਮਨਮਤ ਆ। ਪਰ ਸਵਾਲ ਤਾਂ ਇਹ ਵੀ ਖੜਾ ਹੁੰਦਾ ਨਾ, ਇਹ ਕਿਹੜਾ ਅੱਜ ਦਾ ਕਰ ਰਹੇ ਆ, ਇਹ ਤਾਂ ਮੈਂ ਬੜੇ ਉਹੀ ਸਾਲਾਂ ਦਾ ਤੁਹਾਨੂੰ ਕਰੀ ਦੱਸਣਾ ਕਿ ਜਾਂਦੇ, ਇਹ ਤਾਂ ਅਸੀਂ ਸਵਾਲ ਕਿਉਂ ਨਹੀਂ ਚੁੱਕੇ? ਮੈਂ ਦੇਖੋ ਇਹ ਬੰਦਾ ਇੱਕ ਚੰਚਲ ਬਿਰਤੀ ਦਾ ਬੰਦਾ ਆ। ਜਦੋਂ ਇਹ ਪਹਿਲਾਂ ਧਾਰਨਾਵਾਂ ਲਾਉਂਦਾ ਸੀ ਤਾਂ ਉਦੋਂ ਇਹ ਦਲੀਲਾਂ ਇਹ ਦਿੰਦਾ ਸੀ ਕਿ ਸੰਤ ਜਰਨੈਲ ਸਿੰਘ ਵੀ ਧਾਰਨਾਵਾਂ ਲਾਉਂਦੇ ਸੀ। ਤੁਸੀਂ ਦੱਸੋ, ਤੁਸੀਂ ਇੱਕ ਵੀ ਪ੍ਰਚਾਰ ਦੀ ਸੰਤਾਂ ਦੀ ਟੇਪ ਦਿਖਾ ਦਿਓ ਜਿਹਦੇ ਦੀ ਢੋਲਕੀਆਂ ਚਿਮਟਿਆਂ ਦੇ ਨਾਲ ਉਹਨਾਂ ਨੇ ਕੋਈ ਧਾਰਨਾ ਲਈ ਹੋਵੇ। ਉਹ ਕਈ ਵਾਰ ਪ੍ਰਚਾਰ ਕਰਦਿਆਂ ਹੋਇਆਂ ਇੱਕ ਤੁਕ ਨੂੰ ਥੋੜਾ ਗਾ ਕੇ ਬੋਲਦਿਆਂ ਜ਼ਰੂਰ ਕਹਿੰਦੇ ਹੁੰਦੇ ਸੀ ਇਹ ਪੰਛੀ ਇਕੱਲਾ ਏ ਇਹਦੇ ਮਗਰ ਸ਼ਿਕਾਰੀ ਬਹੁਤੇ। ਸੋ ਉਹ ਕੋਈ ਢੋਲਕੀਆਂ ਛੈਣਿਆਂ ਦੇ ਨਾਲ ਨਹੀਂ ਸੀ ਕਰਦੇ, ਉਹ ਜਿਵੇਂ ਵਾਰਤਕ ਰੂਪ ਚ ਗੱਲ ਕਰਦਿਆਂ ਇੱਕ ਤੁਕ ਬੋਲ ਦਿੱਤੀ। ਸੋ ਇਹ ਪਹਿਲਾਂ ਵੀ ਇਸੇ ਤਰ੍ਹਾਂ ਕੱਚੀ ਬਾਣੀ ਮਨ ਘੜਤ ਤੁਕਾਂ ਨੂੰ ਘੜ ਕੇ ਇਧਰੋਂ ਉਧਰੋਂ ਕਰਕੇ ਗਾਉਂਦਾ ਰਿਹਾ। ਜਿਵੇਂ ਗੁਰਬਾਣੀ ਦੇ ਵਿੱਚ ਸ਼ਬਦ ਆ, ਪ੍ਰਥਮੇ ਮਨ ਪ੍ਰਬੁੱਧ ਹੈ ਆਪਣਾ, ਪਾਛੈ ਅਵਰ ਰਿਝਾਵੈ। ਪਹਿਲਾਂ ਆਪਣੇ ਆਪ ਨੂੰ ਆਪਣੇ ਅੰਦਰ ਤੁਹਾਡੇ ਉਹ ਅਭਿਆਸ ਹੋਣਾ ਚਾਹੀਦਾ ਜਿਹੜਾ ਤੁਸੀਂ ਦੂਜਿਆਂ ਨੂੰ ਪ੍ਰਚਾਰ ਕਰਨਾ। ਤਾਂ ਫਿਰ ਕਦੇ ਹੋ ਹੀ ਨਹੀਂ ਸਕਦਾ ਕਿ 5 ਸਾਲ ਪਹਿਲਾਂ ਤੁਹਾਡਾ ਮੂੰਹ ਇੱਧਰ ਨੂੰ ਹੋਵੇ ਤੇ ਅਗਲੇ 5 ਸਾਲ ਬਾਅਦ ਤੁਹਾਡਾ ਮੂੰਹ ਇੱਧਰ ਨੂੰ ਹੋ ਜੇ, ਤੇ ਫਿਰ ਤੀਜੇ 5 ਸਾਲ ਬਾਅਦ ਤੁਹਾਡਾ ਦੱਖਣ ਨੂੰ ਹੋ ਜੇ, ਤੇ ਚੌਥੇ 5 ਸਾਲ ਬਾਅਦ ਤੁਹਾਡਾ ਉੱਤਰ ਨੂੰ ਹੋ ਜੇ। ਇਹ ਕਦੇ ਨਹੀਂ ਹੋ ਸਕਦਾ। ਠੀਕ ਹੈ, ਸਮੇਂ ਦੇ ਨਾਲ ਬੰਦਾ ਜਦੋਂ ਜੀਵਨ ਕਮਾਉਂਦਾ ਆਤਮਿਕ ਤੌਰ ਤੇ ਉੱਨਤੀ ਆਉਂਦੀ ਆ। ਜਿਵੇਂ ਗਿਆਨੀ ਜੀ ਨੇ ਕਿਹਾ ਕਿ ਮਸਕੀਨ ਜੀ ਜਿਵੇਂ ਕਹਿੰਦੇ ਸੀ ਕਿ ਮੇਰੀ ਜਿਹੜੀ ਮੈਂ ਪਹਿਲਾਂ 10 ਸਾਲ ਪਹਿਲਾਂ ਜਿਹੜੀ ਵਿਆਖਿਆ ਕੀਤੀ ਜਪਜੀ ਸਾਹਿਬ ਦੀ, ਤਾਂ ਉਹ ਅਰਥ ਤੋਂ ਜਿਹੜਾ ਅੱਜ ਮੈਂ ਥੋੜਾ ਹੋਰ ਮੇਰੀ ਸੁਰਤ ਅੱਗੇ ਲੰਘੀ। ਸੋ ਇਹ ਗੱਲ ਤਾਂ ਠੀਕ ਆ, ਪਰ ਜੇਕਰ ਤੁਸੀਂ ਬਿਲਕੁਲ ਹੀ ਜਿਹੜਾ ਆ ਮੂੰਹ ਹੀ ਮੋੜ ਲਵੋ ਉਸ ਪਾਸੇ ਨੂੰ, ਜਿਹੜੀ ਗੱਲ ਨੂੰ ਪਹਿਲਾਂ ਤੁਸੀਂ ਲੋਕਾਂ 'ਚ ਹੁੱਬ ਕੇ ਪ੍ਰਚਾਰ ਕਰਦੇ ਹੋਵੋ ਤੇ ਅੱਜ ਬਿਲਕੁਲ ਉਹਨੂੰ ਲਕਾਰੀ ਜਾਵੋ। ਮੈਂ ਇੱਕ ਮਿਸਾਲ ਦਿੰਨਾ, ਢੱਡਰੀਆਂ ਵਾਲਿਆਂ ਦੀ ਇੱਕ ਪੁਰਾਣੀ ਕਲਿੱਪ ਆ ਜਿਹਦੇ ਵਿੱਚ ਉਹ ਕਹਿੰਦੇ ਆ ਕਿ ਦਰਬਾਰ ਜਿਹੜੇ ਗਿਆਨੀ ਬਾਬਾ ਹਰਬੰਸ ਸਿੰਘ ਕਾਰ ਸੇਵਾ ਦਿੱਲੀ ਵਾਲੇ ਆ, ਉਹਨਾਂ ਦੀ ਇੱਕ ਸਾਖੀ ਸੁਣਾਉਂਦੇ ਕਿ ਉਹਨਾਂ ਦੇ ਜਿਹੜੇ ਹੱਥ ਪੈਰ ਸੀਗੇ ਉਹ ਠੀਕ ਨਹੀਂ ਸੀ ਚੱਲਦੇ, ਤੇ ਦਰਬਾਰ ਸਾਹਿਬ ਜਦੋਂ ਸੇਵਾ ਹੋਈ, ਕਾਰ ਸੇਵਾ ਸਰੋਵਰ ਦੀ ਹੋਈ, ਤੇ ਉਹਨਾਂ ਨੇ ਸੇਵਾ ਕੀਤੀ ਤੇ ਉਹਨਾਂ ਦੇ ਜਿਹੜੇ ਹੱਥ ਪੈਰ ਠੀਕ ਹੋ ਗਏ। ਉਦੋਂ ਢੱਡਰੀਆਂ ਵਾਲੇ ਇਹ ਪ੍ਰਚਾਰ ਕਰਦੇ ਆ ਕਿ ਸਰੋਵਰਾਂ ਦੇ ਉੱਤੇ ਜਿਹੜੇ ਸ਼ੰਕੇ ਕਰਦੇ ਨੇ ਇਹ ਹੁਜਤੀ ਲੋਕ ਨੇ, ਇਹ ਲੋਕ ਸ਼ਰਾਰਤੀ ਲੋਕ ਨੇ। ਤੇ ਅੱਜ ਇਹ ਕਹਿ ਰਹੇ ਆ ਕਿ ਉਹ ਪਾਣੀ ਆ ਜਾਂ ਉਹ ਉਸ ਵਿੱਚ ਨਹਾ ਕੇ ਜੇ ਠੀਕ ਹੁੰਦਾ ਤੇ ਤੁਸੀਂ ਪਿੰਗਲਵਾੜਾ ਬੰਦ ਕਰ ਦਿਓ, ਹੋਰ ਬਥੇਰਾ ਕੁਝ ਇਹੋ ਜਿਹਾ ਬੋਲ ਰਹੇ। ਸੋ ਇਦਾਂ ਦਾ ਇੱਕ ਪ੍ਰਚਾਰਕ ਨੂੰ ਸ਼ੋਭਾ ਨਹੀਂ ਦਿੰਦਾ। ਠੀਕ ਹੈ ਗਿਆਨੀ ਜੀ, ਇੱਕ ਗੱਲ ਜਿਹੜੀ ਜਿਵੇਂ ਅੱਜ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ, ਬੜੇ ਸਾਰੇ ਸਿੰਗਰ ਜਾਂ ਬੜੇ ਸਾਰੇ ਐਵੇਂ ਦੇ ਕਲਾਕਾਰ ਨੇ ਜਿਹੜੇ ਕੁਛ ਨਾ ਕੁਛ ਵਿਵਾਦਪੂਰਨ ਸ਼ਬਦਾਵਲੀ ਵਰਤਦੇ ਨੇ, ਗਾਣੇ ਗਾਉਂਦੇ ਨੇ ਹਾਈਲਾਈਟ ਹੋਣ ਦੇ ਲਈ। ਸਾਨੂੰ ਤਾਂ ਐਵੇਂ ਲੱਗਣ ਲੱਗ ਗਿਆ ਕਿ ਪ੍ਰਚਾਰਕਾਂ ਦੇ ਵਿੱਚ ਵੀ ਇੱਕ ਬਿਰਤੀ ਅਜਿਹੀ ਆ ਗਈ ਹੈ ਕਿ ਜੇ ਤੁਸੀਂ ਆਪਣੀ ਰੋਜ਼ੀ ਰੋਟੀ ਚਲਾਣੀ ਹੈ, ਜੇਕਰ ਤੁਸੀਂ ਹਾਈਲਾਈਟ ਹੋਣਾ ਤਾਂ ਇਦਾਂ ਦਾ ਕੋਈ ਛੁਰਲੀ ਜੀ ਛੱਡ ਦਿਓ, ਕੋਈ ਵਿਵਾਦਪੂਰਨ ਬਿਆਨ ਜਾਂ ਦੇ ਦਿਓ ਤੇ ਤੁਸੀਂ ਹਾਈਲਾਈਟ ਹੋ ਜਾਓਗੇ। ਉਦਾਹਰਨ ਵਜੋਂ ਅਸੀਂ ਨੀਲੇ ਨੂੰ ਹੀ ਲੈ ਲੈਣੇ ਆ। ਇਦਾਂ ਦੀਆਂ ਜਾਂ ਰੋਜ਼ੀ ਰੋਟੀ ਕਮਾਉਣ ਦੀ ਜਿਹੜੀ ਬਿਰਤੀ ਹੈ ਉਹ ਵੀ ਹੁਣ ਲੱਗਦਾ ਕਿ ਪ੍ਰਚਾਰਕਾਂ ਦੇ ਵਿੱਚ ਆ ਗਈ। ਨਹੀਂ ਜੀ, ਮੈਨੂੰ ਤੇ ਇਦਾਂ ਲੱਗਦਾ ਹੈ ਵੀ ਤੁਹਾਡੀ ਨਜ਼ਰ ਦੇ ਵਿੱਚ ਹੈ ਐਵੇਂ ਦੇ ਬੰਦੇ ਕਿ ਨਹੀਂ ਹੈਗੇ? ਬਿਲਕੁਲ ਹੈਗੇ ਜੀ। ਮੈਂ ਤੁਹਾਨੂੰ ਇਹ ਦੱਸਦਾ, ਮੈਂ ਇਹ ਨਹੀਂ ਸਾਬਤ ਕਰ ਰਿਹਾ ਜਿਵੇਂ ਬੁੱਟਰ ਸਾਹਿਬ ਨੇ ਕਿਹਾ ਵੀ ਸ਼ਾਇਦ ਭਾਈ ਸਾਹਿਬ ਮੇਰੇ ਨਾਲ ਸਹਿਮਤ ਨਾ ਹੋਣ। ਮੈਂ 100% ਸਹਿਮਤ ਹਾਂ, ਪਰ ਮੈਂ ਇਸ ਗੱਲ ਤੇ ਸਹਿਮਤ ਹਾਂ ਵੀ ਕੇਵਲ ਇੱਕ ਬੰਦੇ ਦਾ ਕੰਮ ਨਹੀਂ ਵਿਗੜਿਆ ਪਿਆ, ਬਹੁਤ ਜ਼ਿਆਦਾ ਢਾਂਚਾ ਵਿਗੜਿਆ ਹੋਇਆ। ਤੂੰ ਜਦੋਂ ਕੌਮ ਦੇ ਨਿਸ਼ਾਨ ਸਾਹਿਬ ਖਤਮ ਹੋਏ, ਜਦੋਂ ਕੌਮ ਦਾ ਕੜਾਹ ਪ੍ਰਸ਼ਾਦ ਮਰਜ਼ਾਦਾ ਖਤਮ ਹੋਈ, ਜਦੋਂ ਕੌਮ ਦੇ ਲੰਗਰ ਖਤਮ ਹੋਏ, ਜਦੋਂ ਇਹ ਲਿਖ ਕੇ ਲਾਇਆ ਗਿਆ ਵੀ ਮਹਾਂਪੁਰਖਾਂ ਦੀ ਮਰਜ਼ਾਦਾ ਅਨੁਸਾਰ ਜ਼ਿਮੀਂਦਾਰਾਂ ਦੇ ਭਾਂਡੇ, ਮੈਂ ਇਹ ਨਹੀਂ ਕਹਿੰਦਾ ਵੀ ਇਹਨੂੰ ਗਲਤ ਕਿਸੇ ਨੂੰ ਇਹਨੂੰ ਨਾ ਕਹੋ, ਉਹਨੂੰ ਨਾ ਕਹੋ, ਬਿਲਕੁਲ ਠੀਕ ਹੈ। ਮੈਂ ਕਹਿੰਦਾ ਜੀ ਉਦੋਂ ਅਸੀਂ ਸਾਰੇ ਕਿਉਂ ਨਹੀਂ ਕਲਪਰੇ? ਬੇਅਦਬੀ ਕੇਵਲ ਤੇ ਕੇਵਲ ਉਦੋਂ ਨਹੀਂ ਹੁੰਦੀ ਜਦੋਂ ਗੁਰੂ ਸਾਹਿਬ ਜੀ ਦੇ ਅੰਗਾਂ ਨੂੰ ਖਿਲਾਰਿਆ। ਬੇਅਦਬੀ ਉਦੋਂ ਤੋਂ ਪਹਿਲਾਂ ਜਿਹੜੇ ਹੁਕਮ ਤੋਂ ਮੁਨਕਰ ਹੋ ਕੇ ਗੁਰੂ ਨਾਨਕ ਦੇ ਰੂਹ ਨੂੰ ਲੀਰੋ ਲੀਰ ਕਰ ਰਹੇ ਸੀ, ਜਦੋਂ ਅਸੀਂ ਕਹਿ ਰਹੇ ਹਾਂ ਜਾਤ ਪਾਤ, ਔਰ ਇਹ ਹੁੰਦਾ ਪਿਆ ਤੁਹਾਡੇ ਸਾਹਮਣੇ ਹੋ ਰਿਹਾ। ਅਸੀਂ ਮੈਂ ਇਸ ਸੰਜੀਦਗੀ ਨਾਲ ਕਹਿ ਰਿਹਾ ਵੀ ਅਸੀਂ ਉਹਨੂੰ ਕਿਉਂ ਨਹੀਂ ਲੈ ਰਹੇ। ਤੋ ਇੱਕ ਪਾਸੇ ਸਾਡੀ ਸਾਰੀ એનર્ਜੀ ਜਿਹੜੀ ਆ ਉਹ ਲੱਗੀ ਹੋਈ ਹੈ, ਕੌਮ ਦੇ ਬਹੁ ਪੱਖ ਤੋਂ ਸਾਡੇ ਤੇ ਵਾਰ ਹੋ ਰਿਹਾ, ਕਲਮਾਂ ਚੱਲ ਰਹੀਆਂ, ਬੜੀਆਂ ਤੇਜ਼ੀ ਨਾਲ ਚੱਲ ਰਹੀਆਂ, ਲੇਖ ਲਿਖੇ ਜਾ ਰਹੇ ਆ, ਕਿਤਾਬਾਂ ਛਪ ਰਹੀਆਂ ਨੇ। ਸਾਰੀ એનર્ਜੀ ਇੱਕ ਕੀ ਚੀਜ਼ ਹੈ ਜੀ? ਮੈਂ ਸਿੱਧਾ ਕਹਿੰਦਾ ਜੀ ਕੀ ਚੀਜ਼ ਹੈ ਢੱਡਰੀਆਂ ਵਾਲਾ? ਕਿੱਡੀ ਕੁ ਵੱਡੀ ਤੋਪ ਹੈ ਉਹ ਜਿਹੜਾ ਕੌਮ ਨੂੰ ਹਿਲਾ ਕੇ ਰੱਖ ਦੇਗਾ। ਕੁਝ ਵੀ ਨਹੀਂ ਵਿਗਾੜ ਸਕਦਾ ਉਹ। ਗੱਲ ਸਿਰਫ ਇਹ ਹੈ ਵੀ ਆਓ ਪੰਥ ਦੀ ਮਰਿਆਦਾ ਨੂੰ ਜੋ ਸੁਹਿਰਦਤਾ ਦੇ ਨਾਲ, ਸਮਰਪਿਤ ਹੋ ਕੇ, ਇਮਾਨਦਾਰੀ ਨਾਲ, ਉਹ ਬੜੀ ਵੱਡੀ ਲੋੜ ਹੈ। ਤੋ ਸਾਡਾ ਸਾਰਾ ਮਤਲਬ ਅੱਖੋਂ ਪਰੋਖੇ ਕਰਦੀ ਸੀ ਪੰਥ ਦੀ ਨਹੀਂ, ਅੱਖੋਂ ਪਰੋਖੇ ਨਹੀਂ ਕਰਨਾ। ਉਹਦੇ ਚ ਸਾਰੇ ਆ ਜਾਣਗੇ ਜੀ, ਹਰਪਾਲ ਸਿੰਘ ਵੀ ਆਏਗਾ ਵੀ ਤੁਸੀਂ ਵੀ ਇੱਥੇ ਗਲਤੀ ਕੀਤੀ ਹੈ ਭਾਈ ਸਾਹਿਬ ਜੀ, ਹਾਂਜੀ ਅਸੀਂ ਵੀ ਸਟੇਜਾਂ ਦੇ ਉੱਤੋਂ ਕੀ ਗਾਇਆ ਤੇ ਗਵਾਇਆ, ਮੈਂ ਵੀ ਆਵਾਂਗਾ, ਮੈਂ ਵੀ ਦੋਸ਼ੀ ਬਣਾਂਗਾ। ਤੋ ਇਹ ਵੱਡਾ ਕੁੰਡਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਦਾ, ਮਰਜ਼ਾਦਾ ਦਾ, ਉਹਨੂੰ ਮਜ਼ਬੂਤ ਕਰਨ ਦੀ ਲੋੜ ਹੈ। ਅੱਛਾ, ਹੁਣ ਜਿਹੜੀ ਗੱਲ ਚੱਲ ਰਹੀ ਹੈ
ਇੱਕ ਪਾਸੇ ਢੱਡਰੀਆਂ ਵਾਲੇ ਨੇ, ਦੂਜੇ ਪਾਸੇ ਭਾਵੇਂ ਦਮਦਮੀ ਟਕਸਾਲ ਵਾਲੇ ਨੇ ਜਾਂ ਦੂਜੇ ਤੀਜੇ ਨੇ, ਤੁਹਾਨੂੰ ਨਹੀਂ ਲੱਗਦਾ ਕਿ ਸਾਰਿਆਂ ਦੇ ਵਿੱਚ ਇੱਕ ਈਰਖਾ ਦੀ ਭਾਵਨਾ ਜਿਹੜੀ ਹੈ ਉਹ ਪੈਦਾ ਹੋ ਗਈ ਹੈ? ਮੈਂ ਕਿਸੇ ਇੱਕ ਧਿਰ ਦੀ ਗੱਲ ਨਹੀਂ ਕਰਦਾ, ਸਾਰੀਆਂ ਧਿਰਾਂ ਦੀ ਗੱਲ ਕਰਦਾ। ਜੇ ਇਹ ਕੁਝ ਕਹਿੰਦੇ ਨੇ ਤਾਂ ਉਹ ਸ਼ਾਇਦ ਇਹਨਾਂ ਤੋਂ ਵੱਧ ਕਹਿੰਦੇ ਹੋਣਗੇ। ਜਿਵੇਂ ਬੁੱਟਰ ਸਾਹਿਬ ਨੇ ਕਿਹਾ ਕਿ ਪ੍ਰਚਾਰਕਾਂ ਦਾ ਇਹ ਕੰਮ ਨਹੀਂ ਹੁੰਦਾ ਕਿ ਤੁਸੀਂ ਲੜਾਉਣ ਵਾਲਾ ਕੰਮ ਕਰੋ ਜਾਂ ਈਰਖਾ ਦੀ ਭਾਵਨਾ ਨਾਲ ਗੱਲ ਕਰੋ। ਪ੍ਰਚਾਰਕਾਂ ਦੇ ਮੂੰਹ ਤੋਂ ਜਦੋਂ ਕੋਈ ਸ਼ਬਦ ਫੁੱਟਦੇ ਨੇ, ਅੱਜ ਤੁਸੀਂ ਬੈਠੇ ਹੋ, ਤੁਸੀਂ ਕੁਝ ਬੋਲ ਰਹੇ ਹੋ, ਮੇਰੇ ਬੋਲਣ ਦੇ ਤਰੀਕੇ ਤੇ ਤੁਹਾਡੇ ਬੋਲਣ ਦੇ ਤਰੀਕੇ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਤੁਸੀਂ ਜਦੋਂ ਬੋਲਦੇ ਹੋ ਤਾਂ ਨਿਮਰਤਾ ਨਜ਼ਰ ਆਉਂਦੀ ਹੈ, ਠਹਿਰਾਵ ਨਜ਼ਰ ਆਉਂਦਾ ਹੈ। ਅਸੀਂ ਸ਼ਾਇਦ ਅਗਰੈਸਿਵ ਹੋ ਕੇ ਤੁਹਾਡੇ ਤੋਂ ਸਵਾਲ ਪੁੱਛਦੇ ਹਾਂ, ਪਰ ਉਹ ਚੀਜ਼ ਮਿਸਿੰਗ ਹੈ, ਦੋਵੇਂ ਪਾਸੋਂ ਹੀ ਮਿਸਿੰਗ ਹੈ। ਇਹਨਾਂ ਵੱਲੋਂ ਵੀ ਮਿਸਿੰਗ ਹੈ, ਉਹਨਾਂ ਵੱਲੋਂ ਵੀ ਮਿਸਿੰਗ ਹੈ। ਫਿਰ ਜਦੋਂ ਦੋਵੇਂ ਪਾਸੋਂ ਅਜਿਹੀ ਸਥਿਤੀ ਹੈਗੀ ਹੈ, ਫਿਰ ਤਾਂ ਹੱਲ ਕਿਸੇ ਪਾਸੋਂ ਨਜ਼ਰ ਹੀ ਨਹੀਂ ਆਉਂਦਾ। ਮੈਂ ਇਹਦਾ ਜਵਾਬ ਇੰਡੀਵਿਜੂਅਲੀ ਦਿੰਦਾ ਜੀ। ਸਮੱਸਿਆ ਕਦੋਂ ਖੜੀ ਹੁੰਦੀ ਹੈ? ਜਦੋਂ ਹੰਕਾਰ ਪ੍ਰਬਲ ਹੁੰਦਾ ਹੈ। ਦਮਦਮੀ ਟਕਸਾਲ ਪਾਬੰਦ ਹੈ ਪੂਰੀ ਤਰ੍ਹਾਂ ਰਾਗਮਾਲਾ ਤੇ, ਅਖੰਡ ਕੀਰਤਨੀ ਜਥਾ ਰਾਗਮਾਲਾ ਨੂੰ ਤਰਜੀਹ ਨਹੀਂ ਦਿੰਦਾ। ਕਿੱਡਾ ਪਿਆਰਾ ਫੈਸਲਾ ਸਿੱਖ ਰਹਿਤ ਮਰਜ਼ਾਦਾ ਕੋਲ ਚੱਲਦੀ ਰਵਾਇਤ ਦੇ ਅਨੁਸਾਰ, ਹੈ ਨਾ ਜੀ। ਫਿਰ ਅਖੰਡ ਕੀਰਤਨੀ ਜਥੇ ਦੇ, ਮੈਂ ਆਪਣੀ ਨਜ਼ਰਾਂ ਨਾਲ ਹੀ ਸੰਤ ਕਰਤਾਰ ਸਿੰਘ ਜੀ ਦੀ ਬਰਸੀ ਤੇ ਜਾਂਦੇ ਰਹੇ ਹਾਂ। ਮਹਿਤਾ ਸਾਹਿਬ ਸਾਡਾ ਏਰੀਆ ਹੋਣ ਕਰਕੇ ਅਸੀਂ ਬਹੁਤ ਜੁੜੇ। ਬਾਬਾ ਠਾਕਰ ਸਿੰਘ ਜੀ ਹੋਰਾਂ ਨਾਲ ਸਾਡਾ ਨਿੱਜੀ ਪਿਆਰ ਰਿਹਾ। ਮੇਰੇ ਸਹੁਰੇ ਪਰਿਵਾਰ ਵਿੱਚ ਸਾਰਾ ਸੰਤਾਂ ਦਾ ਮਹੀਨਾ ਦਾ ਆਮਦ ਸੀ, ਔਰ ਕਿਤੇ ਤੱਕ ਇੰਨੇ ਪਿਆਰ ਨਾਲ ਜਾ ਕੇ ਅਖੰਡ ਕੀਰਤਨੀ ਜਥਾ ਕੀਰਤਨ ਕਰਦਾ ਹੁੰਦਾ ਸੀ। ਜਿਉਂ-ਜਿਉਂ ਹਉਮੈ ਵੱਧਦੀ ਜਾਏਗੀ ਨਾ ਜੀ, ਜਿਹੜੀ ਗੱਲ ਬੁੱਟਰ ਸਾਹਿਬ ਨੇ ਕਹੀ ਹੈ, ਪਹਿਲਾਂ ਮਨ ਪ੍ਰਬੁੱਧ ਹੈ ਆਪਣਾ, ਉਹਦੇ ਤੇ ਵਿੱਚ ਕਮੀ ਆਈ ਹੈ। ਔਰ ਅਸੀਂ ਰਾਜਸੀ ਲੋਕਾਂ ਵਾਂਗ ਵਿਚਰਨ ਲੱਗ ਪਏ। ਜਿਹੜੀ ਵੱਡੀ ਸਮੱਸਿਆ ਨਾ, ਧਾਰਮਿਕ ਜਿਹੜੇ ਲੋਕ ਸੀ ਨਾ, ਉਹਨਾਂ ਨੂੰ ਪਾਹ ਚੜ ਗਈ, ਪੁੱਠ ਚੜ ਗਈ ਰਾਜਸੀ ਲੋਕਾਂ ਦੀ। ਬਿਲਕੁਲ ਸਹੀ। ਤੇ ਉਹ ਜਿਵੇਂ ਰਾਜਸੀ ਧੜੇ ਕੰਮ ਕਰ ਰਿਹਾ, ਮੇਰੀ ਪਬਲਿਕ ਬਹੁਤੀ, ਮੇਰੇ ਲੋਕ ਬਹੁਤੇ, ਉਦਾਂ ਅਸੀਂ ਕੰਮ ਕਰਨ ਲੱਗ ਪਏ। ਗੁਰਮਤ ਦਾ ਰੰਗ ਖਤਮ ਹੋ ਗਿਆ, ਹੰਕਾਰ ਉੱਭਰ ਕੇ ਸਾਹਮਣੇ ਆ ਰਿਹਾ। ਅੱਛਾ ਬੁੱਟਰ ਸਾਹਿਬ, ਇੱਕ ਗੱਲ ਜਿਹੜੀ ਤੁਸੀਂ ਪਹਿਲਾਂ ਵੀ ਕਹੀ ਸੀ, ਤੁਸੀਂ ਜਲ ਨੂੰ ਕੋ ਪਾਣੀ ਹੈ, ਗੁਰਦੁਆਰਾ ਸਾਹਿਬਾਨ ਨੂੰ ਜਾਂ ਅਕਾਲ ਤਖਤ ਸਾਹਿਬ ਨੂੰ ਕੋਈ ਇੱਕ ਇਮਾਰਤ ਹੈ, ਬਹੁਤੇ ਨਾ ਸਹੀ, ਪਰ ਹੋ ਸਕਦਾ ਹੈ ਕਿ 1% ਲੋਕ ਅਜਿਹੇ ਹੋਣ ਜਿਨ੍ਹਾਂ ਦੇ ਮਨ ਦੇ ਵਿੱਚ ਇਹ ਗੱਲ ਘਰ ਕਰ ਜੇ ਕਿ ਬਿਲਕੁਲ ਜੀ ਉਹ ਸੰਤ ਕਹਿ ਰਹੇ ਨੇ, ਠੀਕ ਹੈ। ਜਦੋਂ ਇਹ ਭਾਵਨਾ ਕਿਸੇ ਇੱਕ ਗੁਰਸਿੱਖ ਦੇ ਵਿੱਚ ਆ ਗਈ, ਆਪਣੇ ਧਾਰਮਿਕ ਸੰਸਥਾਵਾਂ ਨੂੰ ਲੈ ਕੇ, ਧਾਰਮਿਕ ਸਥਾਨਾਂ ਨੂੰ ਲੈ ਕੇ, ਨਿਸ਼ਾਨ ਸਾਹਿਬਾਨਾਂ ਨੂੰ ਲੈ ਕੇ, ਸਰੋਵਰ ਸਾਹਿਬਾਨਾਂ ਨੂੰ ਲੈ ਕੇ, ਫਿਰ ਤਾਂ ਸਾਡੀ ਸਿੱਖੀ ਘਾਣ ਵਾਲੀ ਵੱਧ ਰਹੀ ਹੈ। ਦੇਖੋ, ਜਿਹੜਾ ਬਹੁਤਾ ਫਰਕ ਨਾ ਪਵੇ, ਮੈਂ ਤਾਂ ਕਹਿੰਦਾ ਕਿਣਕਾ ਵੀ ਫਰਕ ਪੈ ਗਿਆ। ਕਿਸੇ ਇੱਕ ਸਿੱਖ ਦੇ ਮਨ ਦੇ ਵਿੱਚ ਵੀ ਇਹ ਗੱਲ ਆ ਗਈ ਕਿ ਦਰਬਾਰ ਸਾਹਿਬ ਦੇ ਵਿੱਚ ਕੁਝ ਨਹੀਂ ਹੈ, ਉੱਥੋਂ ਦੇ ਸਰੋਵਰ ਸਾਹਿਬ 'ਚ ਕੁਝ ਨਹੀਂ ਹੈ, ਅਕਾਲ ਤਖਤ ਸਾਹਿਬ ਕੁਝ ਨਹੀਂ ਹੈ, ਫਿਰ ਉਹ ਸਿੱਖੀ ਘਾਣ ਵੱਲ ਜਾ ਰਹੀ ਕਿ ਨਹੀਂ ਜਾ ਰਹੀ? ਦੇਖੋ, ਦੋ ਗੱਲਾਂ ਨੇ। ਇੱਕ ਤੇ ਉਹ ਹੁੰਦਾ ਕਿ ਜਿਹੜੇ ਵਿਦਿਆਰਥੀ ਇੱਕ ਲੀਹ ਤੇ ਪੈ ਗਏ ਨੇ, ਉਹਨਾਂ ਨੂੰ ਤੇ ਤੁਸੀਂ ਕਿਸੇ ਤਰ੍ਹਾਂ ਵੀ ਆਪਣੀ ਲੀਹ ਤੋਂ ਥੜਕਾ ਨਹੀਂ ਸਕਦੇ। ਇੱਕ ਜਿਹੜੇ ਪੈਣਾ ਚਾਹੁੰਦੇ ਨੇ, ਪੈਣ ਜਾ ਰਹੇ ਨੇ, ਔਰ ਭਵਿੱਖ ਦੇ ਵਿੱਚ ਜਿਹੜੇ ਪੈਣਗੇ, ਉਹਨਾਂ ਦੇ ਲਈ ਤੇ ਦੋ ਰਾਹ ਪੈਦਾ ਹੋਏ ਨੇ। ਜਿਵੇਂ ਗਿਆਨੀ ਜੀ ਨੇ ਕਿਹਾ ਕਿ ਅੱਜ ਦੀ ਤਰੀਕ ਦੇ ਵਿੱਚ ਜੇਕਰ ਕੋਈ ਬੰਦਾ ਕਮਰੇ 'ਚ ਬਹਿ ਕੇ ਵੀ ਕੋਈ ਚੀਜ਼ਾਂ ਨੂੰ ਰਿਕਾਰਡ 'ਚ ਲਿਆ ਦਿੰਦਾ, ਕੋਈ ਕਿਤਾਬ ਲਿਖ ਦਿੰਦਾ, ਬੇਸ਼ੱਕ ਉਹਦੀ ਛਾਪਣ ਦੀ ਗਿਣਤੀ 10 ਵੀ ਹੋਵੇ, ਪਰ 50 ਸਾਲ ਬਾਅਦ ਉਹ ਰੈਫਰੈਂਸ ਬਣ ਜਾਣਾ। ਸੋ 50 ਸਾਲ ਬਾਅਦ ਅਗਲੀ ਪੀੜ੍ਹੀ ਦੇ ਸਾਹਮਣੇ ਜਿਹੜੀਆਂ ਸਮੱਸਿਆਵਾਂ ਆਉਣੀਆਂ ਨੇ, ਉਹ ਜਿਹੜੀਆਂ ਬਹੁਤ ਔਖੀਆਂ ਨੇ ਜਿੱਠਣੀਆਂ ਬਣ ਜਾਣੀਆਂ। ਸੋ ਇਸ ਕਰਕੇ ਅੱਜ ਇੱਕ ਲਕੀਰ ਜ਼ਰੂਰ ਖਿੱਚਣ ਦੀ ਲੋੜ ਆ, ਚਾਹੇ ਧਰਮ ਪ੍ਰਚਾਰ ਦਾ ਖੇਤਰ ਆ, ਚਾਹੇ ਇਤਿਹਾਸ ਦਾ ਖੇਤਰ ਆ। ਉਹ ਇੱਕ ਲਕੀਰ ਖਿੱਚਣੀ ਚਾਹੀਦੀ ਤਾਂ ਜੋ ਜੇਕਰ ਗੁਰੂ ਸਾਹਿਬ ਰਾਮ ਰਾਏ ਨੂੰ ਨਾ ਛੇਕਦੇ ਤਾਂ ਅੱਜ ਸਾਡੇ ਸਾਹਮਣੇ ਏਡੀ ਵੱਡੀ ਮਿਸਾਲ ਕਿਵੇਂ ਬਣਦੀ। ਤੁਹਾਡੇ ਸਾਹਮਣੇ ਆ, ਚਾਹੇ ਕੋਈ ਅਕਾਲੀ ਦਲ ਦਾ ਲੀਡਰ ਹੋਵੇ, ਚਾਹੇ ਕੋਈ ਕਾਂਗਰਸ ਦਾ ਲੀਡਰ ਹੋਵੇ, ਜੇਕਰ ਉਸ ਕੋਲੋਂ ਕਿਸੇ ਵੀ ਰਾਜਨੀਤਿਕ ਮਜਲਿਸ ਦੇ ਵਿੱਚ ਕੋਈ ਗੁਰਬਾਣੀ ਦੀ ਗਲਤ ਤੁਕ ਬੋਲੀ ਗਈ, ਚਾਹੇ ਕਿੰਨਾ ਵੀ ਪ੍ਰਭਾਵਸ਼ਾਲੀ ਹੋਵੇ, ਅਕਾਲ ਤਖਤ ਸਾਹਿਬ ਦੇ ਸਾਹਮਣੇ ਜਾਣਾ ਪੈਂਦਾ। ਸੋ ਇਹ ਸਾਡੇ ਸਾਹਮਣੇ ਉਹ ਪਰੰਪਰਾਵਾਂ ਨੇ। ਜੇਕਰ ਗੁਰੂ ਸਾਹਿਬ ਉਹ ਪੂਰਨੇ ਨਾ ਪਾ ਕੇ ਜਾਂਦੇ ਤੇ ਅੱਜ ਸਾਡੇ ਸਾਹਮਣੇ ਰਾਹ ਨਾ ਆਉਂਦਾ। ਸੋ ਇਸ ਕਰਕੇ ਅੱਜ ਮੈਂ ਜਿਵੇਂ ਗਿਆਨੀ ਜੀ ਇਹ ਸੰਕੇਤ ਦੇ ਰਹੇ, ਮੈਂ ਉਹਨੂੰ ਖੁੱਲ੍ਹ ਕੇ ਕਹਿਣਾ ਚਾਹੁੰਦਾ ਕਿ ਸਾਡੀਆਂ ਸੰਸਥਾਵਾਂ ਵੀ ਜ਼ਿੰਮੇਵਾਰੀਆਂ ਨਹੀਂ ਨਿਭਾ ਰਹੀਆਂ। ਅਕਾਲ ਤਖਤ ਸਾਹਿਬ ਦੇ ਜਥੇਦਾਰ ਇੱਕ ਪਾਸੇ ਤੇ ਬਹੁਤ ਜ਼ੋਰ ਦੇ ਰਹੇ ਆ, ਪਰ ਦੂਜੇ ਪਾਸੇ ਕੁਝ ਦਿਨ ਪਹਿਲਾਂ ਦੀ ਗੱਲ ਆ, ਇੱਕ ਵੀਡੀਓ ਵਾਇਰਲ ਹੋਈ ਆ, ਇੱਕ ਮਾਲਵੇ ਖੇਤਰ ਦੇ ਵਿੱਚ ਇੱਕ ਡੇਰਾ, ਮੈਂ ਉਹਦਾ ਨਾਮ ਨਹੀਂ ਲਵਾਂਗਾ, ਉਸ ਡੇਰੇ ਬਾਰੇ ਪਹਿਲਾਂ ਵੀ ਪ੍ਰਸਿੱਧ ਆ ਕਿ ਉੱਥੇ ਦਲਿਤਾਂ ਦੇ ਭਾਂਡੇ ਵੱਖਰੇ ਰੱਖੇ ਜਾਂਦੇ ਆ, ਉੱਚ ਜਾਤੀਆਂ ਦੇ ਵੱਖਰੇ ਰੱਖੇ ਜਾਂਦੇ। ਉਹਦੇ ਇੱਕ ਮਹਾਂਪੁਰਖ ਨੇ, ਉਹ ਸਟੇਜ ਦੇ ਉੱਤੇ ਬੈਠੇ ਨੇ, ਉੱਥੇ ਇੱਕ ਬੰਦਾ ਕੋਈ ਦੇਸੀ ਜਿਹਾ ਬੰਦਾ ਸਾਫਾ ਜਿਹਾ ਬਣਿਆ ਤਾਂ ਉਹ ਨਸ਼ਾ ਅਮਲੀਆਂ ਦੇ ਗੀਤ ਗਾ ਰਿਹਾ। ਉਹ ਕਿੱਧਰ ਸਾਰੇ ਪਾਸੇ ਹੀ ਉਹ ਕੁੰਡਾ ਜਿਹੜਾ ਆ, ਜਿਵੇਂ ਇਹਨਾਂ ਸਿੰਘ ਸਾਹਿਬ ਨੇ ਕਿਹਾ ਕਿ ਕੁੰਡਾ ਹੋਣਾ ਚਾਹੀਦਾ। ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬਾਨ ਨੂੰ ਲੋੜ ਆ ਕਿ ਇਹ ਢੱਡਰੀਆਂ ਵਾਲੇ ਦੇ ਪ੍ਰਤੀ ਤੇ ਇੱਕ ਲਕੀਰ ਜ਼ਰੂਰ ਖਿੱਚਣ ਦੀ ਲੋੜ ਆ। ਜੇਕਰ ਉਹ ਨਹੀਂ ਲੀਹ ਤੇ ਆਉਂਦਾ, ਜੇਕਰ ਉਹ ਪੰਥ ਦਾ ਨੁਕਸਾਨ ਕਰਨੋਂ ਨਹੀਂ ਹਟਦਾ, ਪਰ ਬਾਕੀ ਵੀ ਜਿਹੜੀਆਂ ਸੰਤ ਸੰਪਰਦਾਵਾਂ ਨੇ ਉਹਨਾਂ ਨੂੰ ਵੀ ਇਹ ਹਦਾਇਤ ਦੇਣ ਦੀ ਲੋੜ ਹੈ। ਕਿਸੇ ਦੇ ਮਨ ਦੇ ਵਿੱਚ ਇਹ ਨਾ ਆਵੇ ਕਿ ਸਿਰਫ ਮੇਰੇ ਪ੍ਰਤੀ ਹੀ ਕਿਉਂ ਹੋ ਰਿਹਾ। ਵੀਰ ਹਰਪ੍ਰੀਤ ਸਿੰਘ ਜੀ, ਵੇਖੋ ਮੈਂ ਬੇਨਤੀ ਕਰਦਾ ਕਿ ਬੁੱਟਰ ਸਾਹਿਬ ਨੇ ਡਿਸੀਜਨ ਦੇ ਦਿੱਤਾ ਵੀ ਢੱਡੀਆਂ ਵਾਲੇ ਕੌਮ ਦੇ ਨੰਬਰ 1 ਦੁਸ਼ਮਣ ਨੇ। ਉਹ ਜਿਵੇਂ ਦੀਆਂ ਗੱਲਾਂ ਕਰ ਰਹੇ ਆ, ਵੇਖੋ ਗੁਰਬਾਣੀ ਦੇ ਉੱਤੇ ਉਹਨਾਂ ਨੇ ਸ਼ੰਕੇ ਕਰਤੇ, ਗੁਰੂ ਸਾਹਿਬਾਨ ਦੇ ਉੱਤੇ ਉਹਨਾਂ ਨੇ ਮੈਂ ਉਸ ਗੱਲ ਨਾਲ ਸਹਿਮਤ ਹੋ ਗਿਆ। ਹਾਂਜੀ, ਸਪੋਜ਼ ਮੈਂ ਸਹਿਮਤ ਹੋ ਗਿਆ।
ਉਹਨੂੰ ਪਛਾੜਨ ਦਾ ਇੱਕੋ ਇੱਕ ਤਰੀਕਾ ਹੈ ਨਾ। ਅਕਾਲ ਤਖਤ ਸਾਹਿਬ ਤੋਂ ਨਹੀਂ ਆ ਰਹੇ, ਇੱਕ ਤਰੀਕਾ ਹੈ ਵੀ ਅਸੀਂ ਸਾਰੇ ਜਿੰਨੇ ਬਾਕੀ ਆ ਮਹਾਂਪੁਰਖ ਸਾਡੇ ਸਤਿਕਾਰਯੋਗ, ਸਾਡੀਆਂ ਸੰਪਰਦਾਵਾਂ, ਸਾਡਾ ਮਾਣ ਨੇ ਉਹ ਹੈ ਨਾ। ਅਖੰਡ ਕੀਰਤਨੀ ਜਥਾ, ਬਾਣੀ ਦੇ ਰੰਗ ਚ ਰੰਗੀਆਂ ਹੋਈਆਂ ਰੂਹਾਂ, ਟਕਸਾਲ ਦਾ ਨਾਂ ਲੈਂਦੇ ਹੁੰਦੇ ਸੀ ਤੇ ਇੰਨਾ ਹੀ ਕਹਿਣ ਦੀ ਬੜੀ ਲੋੜ ਹੁੰਦੀ ਸੀ ਵੀ ਟਕਸਾਲ ਦਾ ਪੜਿਆ ਹੋਇਆ ਤੇ ਸਮਝ ਲਓ ਬਾਣੀ ਦਾ ਸ਼ੁੱਧ ਉਚਾਰਨ ਮਾਣ ਕੀਤਾ ਜਾਂਦਾ। ਅਸੀਂ ਸਾਰੇ ਲਕੀਰ ਖਿੱਚ ਕੇ ਕਹੀਏ ਵੀ ਉਹਨੂੰ ਪਛਾੜਨ ਵਾਸਤੇ ਅਸੀਂ ਸਾਰੇ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਤੇ ਖੜੇ ਆ ਤੇ ਉਹ ਆਪੇ ਕੱਚੀ ਬਾਣੀ ਪੜਦਾ ਅਲੱਗ ਥਲੱਗ ਕੌਮ ਚ ਹੋ ਜਾਏਗਾ। ਇਹ ਬਿਲਕੁਲ ਉਹਦਾ ਬਦਲ ਇਦਾਂ ਪੈਦਾ ਕਰੀਏ ਅਸੀਂ ਕਿ ਅਸੀਂ ਇਸ ਮਰਜ਼ਾਦਾ ਤੇ ਖੜੇ ਆ, ਤੂੰ ਦੱਸ ਸੱਜਣਾ ਤੇਰੀ ਮਰਜ਼ਾਦਾ ਕਿਹੜੀ ਹੈ। ਤਾਂ ਇਦਾਂ ਲਕੀਰ ਖਿੱਚੀਏ, ਨਾ ਕਿ ਨਫ਼ਰਤ ਨੂੰ ਨਫ਼ਰਤ ਨਾਲ ਕੱਟੀਏ। ਉਸ ਤੋਂ ਵੱਡੀ ਲਕੀਰ ਖਿੱਚਣ ਦੀ ਲੋੜ ਹੈ। ਬਿਲਕੁਲ ਸਹੀ ਠੀਕ ਹੈ। ਚਲੋ ਇੱਕ ਆਖਰੀ ਸਵਾਲ ਮੇਰਾ ਹੈਗਾ ਗਿਆਨੀ ਜੀ ਤੁਹਾਡੇ ਤੋਂ ਹੀ ਹੈ, ਕਿਉਂਕਿ ਮੈਨੂੰ ਬੜਾ ਫਿਕਰ ਵੀ ਹੁੰਦੀ ਹੈ, ਚਿੰਤਾ ਵੀ ਹੁੰਦੀ ਹੈ ਐਜ਼ ਅ ਸਿੱਖ ਕਿ ਜਦੋਂ ਅਸੀਂ ਇਤਿਹਾਸ ਤੇ ਸ਼ੰਕੇ ਪ੍ਰਗਟ ਕਰ ਦਿੰਦੇ ਹਾਂ ਕਿ ਸਾਡਾ ਇੰਨਾ ਲਬਰੇਜ਼ ਇਤਿਹਾਸ ਹੈ, ਸ਼ਹਾਦਤਾਂ ਨਾਲ ਲਬਰੇਜ਼ ਇਤਿਹਾਸ ਹੈ, ਔਰ ਹੁਣ ਤੱਕ ਜਿੰਨਾ ਵੀ ਅਸੀਂ ਪੜ੍ਹਿਆ ਲਿਖਿਆ ਸੁਣਿਆ, ਜਦੋਂ ਉਹਦੇ ਤੇ ਅਸੀਂ ਸ਼ੰਕੇ ਪ੍ਰਗਟ ਕਰਦੇ ਹਾਂ ਤਾਂ ਮਨ ਦੇ ਵਿੱਚ ਇਹ ਤੌਖਲਾ ਜ਼ਰੂਰ ਆਉਂਦਾ ਕਿ ਹੁਣ ਤੱਕ ਜਿੰਨਾ ਅਸੀਂ ਪੜ੍ਹਦੇ ਲਿਖਦੇ ਜਾਂ ਸੁਣਦੇ ਆਏ ਹਾਂ ਕਿ ਉਹ ਗਲਤ ਸੀ ਜਾਂ ਹੁਣ ਗਲਤ ਹੈ। ਇੱਕ ਐਗਜ਼ਾਮਪਲ ਤੁਹਾਡੇ ਅੱਗੇ ਰੱਖਦਾ ਜਿਹੜੀ ਬਾਅਦ 'ਚ ਉਹਨਾਂ ਨੇ ਮਾਫੀ ਵੀ ਮੰਗੀ ਕਿ ਗੁਰੂ ਨਾਨਕ ਪਾਤਸ਼ਾਹ ਦਾ ਜਦੋਂ ਜੋਤੀ ਜੋਤ ਸਮਾ ਗਏ, ਚਾਦਰ ਚੱਕੀ ਤੇ ਫੁੱਲ ਬਣ ਗਏ, ਉਹਦੇ ਤੇ ਸ਼ੰਕੇ ਪ੍ਰਗਟ ਕੀਤੇ ਗਏ ਕਿ ਉਹਨਾਂ ਨੂੰ ਕਿਡਨੈਪ ਕਰ ਲਿਆ ਗਿਆ ਹੋਣਾ, ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਹੋਣਾ। ਬਾਅਦ ਦੇ ਵਿੱਚ ਮਾਫੀ ਵੀ ਮੰਗਣੀ ਪਈ। ਹੁਣ ਤੱਕ ਤਾਂ ਮੈਂ ਇਹੀ ਪੜ੍ਹਦਾ ਆ ਰਿਹਾ ਸੀਗਾ ਕਿ ਇੱਕ ਚਾਦਰ ਦੇ ਥੱਲੇ ਫੁੱਲ ਬਣ ਗਏ। ਹੁਣ ਜਦੋਂ ਉਹਨਾਂ ਨੇ ਇਹ ਗੱਲ ਕਹੀ ਕਿ ਨਹੀਂ ਅਜਿਹਾ ਨਹੀਂ ਹੋ ਸਕਦਾ, ਮੇਰੇ ਮਨ ਦੇ ਵਿੱਚ ਇੱਕ ਸ਼ੰਕਾ ਆ ਗਿਆ। ਫਿਰ ਉਸ ਚੀਜ਼ ਨੂੰ ਅਸੀਂ ਕਿਵੇਂ ਡਿਫਾਈਨ ਕਰਾਂਗੇ? ਵੇਖੋ, ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ। ਮੈਂ ਸੂਰਜ ਪ੍ਰਕਾਸ਼ ਦੀ ਕਥਾ ਕਰਦਾ, ਉਹਦੇ ਵਿੱਚ ਬਹੁਤ ਕੁਝ ਵੇਖੋ, ਜਿਸ ਸ਼ਿੱਦਤ ਦੇ ਨਾਲ, ਜਿਸ ਕਰੁਣਾ ਰਸ ਚ, ਵੀਰ ਰਸ ਚ ਔਰ ਵਿਲੱਖਣਤਾ ਵੀ ਪ੍ਰਗਟ ਕਰਦਿਆਂ ਭਾਈ ਸਾਹਿਬ ਨੇ ਲਿਖਿਆ, ਉਹਨੂੰ ਸਿਰ ਝੁਕਦਾ। ਕਿਤੇ ਰਲਾ ਹੋਇਆ, ਚਲੋ ਹੋਇਆ। ਉਹਨੂੰ ਵੀ ਜੇ ਅਸੀਂ ਗੁਰਬਾਣੀ ਦੀ ਲੋ ਵਿੱਚ ਵੇਖਦੇ ਹਾਂ, ਰਿਜ਼ਲਟ ਸਾਰੇ ਕਲੀਅਰ ਹੋ ਜਾਂਦੇ ਆ। ਮੈਂ ਇੱਕ ਐਗਜ਼ਾਮਪਲ ਦਿੰਦਾ। ਇਤਿਹਾਸ ਦੀ ਲੜੀ ਵਿੱਚ ਚੱਲ ਰਿਹਾ ਸੀ ਕਿ ਗੁਰੂ ਸਾਹਿਬ ਜੀ ਕਾਮਰੂਪ ਚ ਗਏ, ਇਸਤਰੀਆਂ ਨੂੰ ਸੂਰੀਆਂ ਤੇ ਕੁੱਤੀਆਂ ਬਣਾ ਦਿੱਤਾ। ਬਾਣੀ ਕਹਿੰਦੀ ਸਤਿਗੁਰ ਸਭਨਾਂ ਦਾ ਭਲਾ ਮਨਾਇਂਦਾ। ਮੇਰੇ ਮਨ ਵਿੱਚ ਸਵਾਲ ਪੈਦਾ ਹੋਇਆ ਕਥਾ ਕਰਦਿਆਂ ਕਿ ਮੈਂ ਗੁਰਬਾਣੀ ਇਹ ਕਹਿ ਰਹੀ ਹੈ ਤੇ ਗੁਰੂ ਬੁਰੇ ਦਾ ਵੀ ਭਲਾ ਕਰਨ ਦੀ ਪ੍ਰੇਰਨਾ ਦੇ ਰਿਹਾ, ਤੇ ਕਿੱਦਾਂ ਸੂਰੀਆਂ ਕੁੱਤੀਆਂ ਹੋ ਸਕਦੀਆਂ? ਗੁਰਬਾਣੀ ਦੀ ਇੱਕ ਪੰਕਤੀ ਨੇ ਸਾਰਾ ਕੁਝ ਖੋਲ ਦਿੱਤਾ, ਔਰ ਜਿਹਨ ਚ ਉਸੇ ਵੇਲੇ ਮਹਾਰਾਜ ਨੇ ਲਿਆ ਦਿੱਤੀ, ਏਕ ਭਗਤ ਭਗਵਾਨ ਜੇ ਪ੍ਰਾਣੀ ਕੈ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਰੱਬ ਨਾਲੋਂ ਟੁੱਟੀ ਹੋਈ ਹਰ ਰੂਹ ਸੂਅਰ ਤੇ ਕੁੱਤੇ ਵਰਗੀ ਹੈ ਜੇ ਅਸੀਂ ਰੱਬੀ ਗੁਣਾਂ ਨਾਲੋਂ ਟੁੱਟ ਗਏ। ਸੋ ਜਦੋਂ ਅਸੀਂ ਗੁਰਬਾਣੀ ਦੇ ਚਾਨਣ 'ਚ ਵੇਖਾਂਗੇ, ਸਾਰੇ ਮਸਲੇ ਹੱਲ ਹੋ ਜਾਣਗੇ। ਇਮਾਨਦਾਰੀ ਦੀ ਲੋੜ ਹੈ, ਹਉਮੈ ਛੱਡ ਕੇ ਆਪਣਾ ਡੰਕਾ ਵਜਾ ਕੇ ਭੀੜਾਂ ਦੱਸਣ ਦੀ ਬਜਾਏ ਨੀਵੇਂ ਹੋ ਕੇ ਗੁਰੂ ਦੇ ਚਰਨਾਂ 'ਚ ਆਈਏ ਔਰ ਸੁਹਿਰਦਤਾ ਨਾਲ ਆਈਏ। ਸਾਰੇ ਮਸਲਾ ਹੀ ਕੋਈ ਨਹੀਂ, ਮੈਨੂੰ ਤਾਂ ਲੱਗ ਰਿਹਾ ਨਾ ਐਡਾ ਵੱਡਾ ਮਸਲਾ ਨਹੀਂ ਹੈ। ਸਿਰਫ ਇੱਕ ਬੰਦਾ ਜੇ ਇਕੱਲਾ ਹਰਪਾਲ ਸਿੰਘ ਸਾਰੇ ਕੌਮ ਨੂੰ ਵਕਤ ਪਾਈ ਜਾਏ ਤੇ ਉਹ ਕੋਈ ਬਹੁਤੀ ਸਿਆਣਪ ਨਹੀਂ ਹੈ। ਸਾਰੀ ਕੌਮ ਜਿਹੜੀ ਆ ਉਹ ਬੜੀ ਸੁਹਿਰਦਤਾ ਨਾਲ ਉਹਨੂੰ ਜਵਾਬ ਦੇ ਸਕਦੀ ਹੈ। ਚਲੋ, ਬਹੁਤ ਬਹੁਤ ਧੰਨਵਾਦ ਗਿਆਨੀ ਜੀ ਤੁਹਾਡਾ ਵੀ, ਬੂਟਾ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਔਰ ਅਸੀਂ ਆਸ ਤੇ ਉਮੀਦ ਇਹੀ ਕਰਦੇ ਹਾਂ ਕਿ ਸਿੱਖ ਕੌਮ ਦੇ ਉੱਤੇ ਬਹੁਤ ਸਾਰੀਆਂ ਭੀੜਾਂ ਹੋਰ ਵੀ ਨੇ, ਬਹੁਤ ਸਾਰੇ ਮਸਲੇ ਹੋਰ ਵੀ ਨੇ, ਔਰ ਜੇਕਰ ਉਹਨਾਂ ਮਸਲਿਆਂ ਨੂੰ ਹੱਲ ਕਰਨਾ ਹੈ ਤਾਂ ਸਾਨੂੰ ਇਕਜੁੱਟ ਹੋਣ ਦੀ ਬੜੀ ਲੋੜ ਹੈਗੀ ਹੈ। ਸਾਡੇ ਪੂਰੇ ਸਿੱਖ ਕੌਮ ਨੂੰ, ਪੰਥ ਨੂੰ ਇਕਜੁੱਟ ਹੋਣ ਦੀ ਲੋੜ ਹੈਗੀ ਹੈ। ਬਾਹਰਲੀਆਂ ਤਾਕਤਾਂ, ਬਾਹਰਲੇ ਮਸਲੇ ਤਾਂ ਹੀ ਹੱਲ ਹੋ ਪਾਣਗੇ ਜਦੋਂ ਅਸੀਂ ਆਪਣੇ ਪਰਿਵਾਰ ਦੇ ਵਿੱਚ ਇਕਜੁੱਟ ਹਾਂ, ਇੱਕ ਪਰਿਵਾਰ ਵਜੋਂ ਅਸੀਂ ਕੰਮ ਕਰ ਪਾਉਂਦੇ ਹਾਂ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।